ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਰਤਰੀ ਨਿਸਤਾਰਾ। ਆਪਣੀ ਤੀਸਰੀ ਉਦਾਸੀ ਵਿੱਚ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕਸ਼ਮੀਰ ਆਦਿ ਉੱਤਰ ਦੇ ਦੇਸ਼ਾਂ ਵਿੱਚ ਹੁੰਦੇ ਹੋਏ ਕੈਲਾਸ਼ ਛਪੜੇ, ਜਿਸ ਨੂੰ ਸੁਮੇਰ ਵੀ ਸਮਝਿਆ ਤੇ ਆਖਿਆ ਜਾਂਦਾ ਹੈ। ਇੱਥੇ ਹੀ ਮਾਨ ਸਰੋਵਰ ਹੈ। ਸ਼ਿਮਲੇ ਦੇ ਪਰਬਤਾਂ ਤੋਂ ਮਾਨ ਸਰੋਵਰ ਤੱਕ ਦੇ ਹੋਰਨਾਂ ਰਸਤਿਆਂ ਵੱਲ ਦੀ ਬੜੇ ਕਠਨ ਪਹਾੜ ਹਨ, ਪਰ ਵਸੋਂ ਦੂਰ ਤੱਕ ਹੈ। ਗੁਰੂ ਬਾਬੇ ਦੇ ਜਾਣ ਦੇ ਨਿਸ਼ਾਨ ਜਗ੍ਹਾ ਜਗ੍ਹਾ ਮਿਲਦੇ ਹਨ। ਸ਼੍ਰੀ ਗੁਰੂ ਜੀ ਅਜੇ ਉਰੇ ਹੀ ਸਨ ਕਿ ਸਿੱਧ ਮੰਡਲੀ ਜੋ ਮਾਨ ਸਰੋਵਰ ਅਪੜੀ ਹੋਈ ਸੀ, ਉਹਨਾਂ ਦੇ ਆਉਣ ਦਾ ਹਾਲ ਪਾ ਕੇ ਘਬਰਾ ਗਈ। ਉਰੇ ਆ ਕੇ ਹੀ ਸਿੱਧ ਮਿਲਣ ਤੇ ਚਰਚਾ ਕਰਨ ਲੱਗ ਪਈ। ਜੋਗ ਸਾਧਨਾ ਸਾਧਨ ਵਾਲ ਸੰਸਾਰ ਤਿਆਗ ਕੇ ਇਕਾਂਤ ਦੂਰ ਬਨਾ ਤੇ ਉੱਚੇ ਪਰਬਤਾਂ ਪਰ ਸਮਾਂ ਬਤੀਤ ਕਰਨ ਵਾਲੇ ਮਹਾਤਮਾ ਜਨ ਦੇਸ਼ ਵਲੈਤਾਂ ਛੱਡ ਕੇ ਇਸ ਤਰ੍ਹਾਂ ਇਕੱਲੇ ਉਮਰਾਂ ਬਿਤਾਉਣ ਵਾਲੇ ਸਨ। ਅੱਜ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਨੂੰ ਇੰਨਾ ਉੱਚਾ ਆਇਆ ਤੱਕ ਅਚੰਭਾ ਹੋ ਰਹੇ ਸਨ। ਹਾਂ, ਇੱਕ ਐਸੇ ਪੁਰਖ ਨੂੰ ਵੇਖ ਕੇ ਜੋ ਸਿੱਧਾਂ ਦੇ ਭੇਖ ਦਾ ਨਹੀਂ ਸੀ। ਸਿੱਧ ਹੈਰਾਨ ਹੋ ਗਏ ਤੇ ਪੁੱਛਣ ਲੱਗੇ, ਪੁਰਖਾ, ਕੌਣ ਸ਼ਕਤੀ ਤੈਨੂੰ ਇੱਥੇ ਲੈ ਆਈ ਹੈ? ਸਿੱਧਾਂ ਵਿੱਚ ਤੇਰਾ ਨਾਮ ਸ਼ਕਤੀ ਤੈਨੂੰ ਇੱਥੇ ਲੈ ਆਈ ਹੈ। ਸਿੱਧਾਂ ਵਿੱਚ ਤੇਰਾ ਨਾਮ ਸ਼ੁਮਾਰ ਨਹੀਂ ਤੇ ਸ਼ਕਤੀ ਸਿੱਧਾਂ ਤੋਂ ਬਾਹਰ ਕਿਤੇ ਹੈ ਨਹੀਂ। ਗੁਰੂ ਨਾਨਕ ਦੇਵ ਜੀ ਸ਼ਕਤੀ ਦਾ ਮੂਲ ਸਰਬ ਸ਼ਕਤੀਮਾਨ ਹੈ। ਮੈਂ ਸ਼ਕਤੀਆਂ ਦੇ ਮਗਰ ਨਹੀਂ, ਸ਼ਕਤੀਆਂ ਦੇ ਮੂਲ ਦੀ ਮੈਂ ਪ੍ਰੇਮਾ ਭਗਤੀ ਕੀਤੀ ਹੈ। ਸਰਬ ਸ਼ਕਤੀਆਂ ਉਸ ਦੀਆਂ ਹਨ ਤੇ ਮੈਂ ਉਸ ਦਾ ਹਾਂ। ਸਿੱਧ, ਆਪ ਨਾਮ ਤਾਂ ਕਿਰਪਾ ਕਰਕੇ ਦੱਸੋ। ਗੁਰੂ ਜੀ, ਮੇਰਾ ਨਾਮ ਹੈ ਨਾਨਕ, ਜਿਸ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਗਤੀ ਪਾਈ। ਸਿੱਧ ਨੱਕ ਚਾੜ ਕੇ, ਤਾਂ ਸਿੱਧ ਨਹੀਂ, ਸਾਧੂ ਨਹੀਂ, ਗ੍ਰਹਸਤੀ ਹੈ ਕੋਈ। ਗੁਰੂ, ਨੀਚ ਜੇ ਕਹਾਈਏ ਤਾਂ ਹੀ ਉੱਚੇ ਘਰ ਵਾਹਿਗੁਰੂ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਉੱਚਿਆ ਰਿਹਾ ਮਨ ਹਉਮੈ ਵਿੱਚ ਰਹਿੰਦਾ ਹੈ। ਹਉਮੈ ਦੀ ਸਾਈਂ ਸ਼ਰਨ ਵਿੱਚ ਥਾਂ ਨਹੀਂ। ਇਹ ਉੱਤਰ ਸੁਣ ਕੇ ਸਿੱਧ ਕੁਝ ਸ਼ਰਮਿੰਦੇ ਜਿਹੇ ਹੋਏ। ਆਪੇ ਵਿੱਚ ਸੈਨਤਾ ਕਰਦੇ ਕਰਾਉਂਦੇ ਰਹੇ। ਫਿਰ ਕੁਝ ਪ੍ਰਸ਼ਨ ਉੱਤਰ ਕੀਤੇ, ਜਿਸ ਤੋਂ ਘਬਰਾਏ ਕਿ ਇਹ ਕੋਈ ਮਾਮੂਲੀ ਆਦਮੀ ਨਹੀਂ। ਫਿਰ ਕੁਝ ਨਰਮ ਹੋ ਕੇ ਵਾਰਤਾਲਾਪ ਛੇੜੀ ਕਿ ਹੇ ਨਾਨਕ ਜੀਓ, ਮਾਤ ਲੋਕ ਦਾ ਹਾਲ ਸੁਣਾਓ। ਹੁਣ ਇਹ ਵੇਲਾ ਆਇਆ ਜਿਸ ਮਤਲਬ ਲਈ ਸਤਿਗੁਰੂ ਗਏ ਸਨ। ਆਪ ਬੋਲੇ, ਨਾਥ ਜੀ, ਸੱਚ ਚੰਦਰਮਾ ਹੈ, ਕੂੜ ਹਨੇਰਾ ਹੈ। ਮਾਤਲੋਕ ਵਿੱਚ ਕੂੜ ਦੀ ਕਾਲੀ ਬੋਲੀ ਰਾਤ ਪੈ ਰਹੀ ਹੈ ਤੇ ਸੱਚ ਦੇ ਚੰਦਰਮਾ ਦਾ ਪਤਾ ਨਹੀਂ ਲੱਗਦਾ। ਮੈਂ ਫਿਰ ਰਿਹਾ ਹਾਂ ਕਿ ਕਿਤੇ ਸੱਚ ਦਾ ਚੰਦ ਹੈ। ਧਰਮ ਧਰਤੀ ਤੋਂ ਉੱਠ ਗਿਆ ਜਾਪਦਾ ਹੈ ਤੇ ਪਾਪ ਵਰਤ ਗਿਆ ਹੈ। ਸਿੱਧ, ਕਿਆ ਕੋਈ ਥੰਮਣ ਵਾਲਾ ਨਹੀਂ? ਗੁਰੂ ਜੀ, ਜੋ ਲੋਕ ਸਿੱਧ ਕਹਾਉਂਦੇ ਹਨ ਜਾਂ ਇਉਂ ਕਹੋ ਕਿ ਵਿਚਾਰਵਾਨ ਹਨ, ਉਹ ਤਾਂ ਆਦਰਸ਼ ਇਹ ਬਣਾਉਂਦੇ ਹਨ ਕਿ ਚਲੋ ਪਰਬਤਾਂ ਪਰ ਚੱਲ ਸੁਖ ਪਾਈਏ। ਜਿਵੇਂ ਤੁਸੀਂ ਸਿੱਧ ਇੱਥੇ ਆ ਚੁੱਕੇ ਹੋ, ਜਗਤ ਨੂੰ ਪਾਰ ਕੌਣ ਕਰੇ? ਸਿੱਧ, ਸਾਡੇ ਜੋਗੀ ਘਰ ਘਰ ਅਲਖ ਜਗਾਉਂਦੇ ਫਿਰ ਰਹੇ ਹਨ। ਗੁਰੂ ਜੀ, ਤੁਹਾਡੇ ਉਹ ਜੋਗੀ ਗਿਆਨ ਤੋਂ ਸਖਣੇ ਹੋ ਗਏ ਹਨ। ਉਹ ਕੇਵਲ ਸੁਆਹ ਮਲਣੀ ਤੇ ਮੰਗ ਖਾਣਾ ਜਾਣਦੇ ਹਨ। ਜਗਤ ਨੂੰ ਰਸਤਾ ਦੱਸਣ ਵਾਲਾ, ਰਸਤੇ ਪਾਉਣ ਦੀ ਸਮਰੱਥਾ ਵਾਲਾ ਕੋਈ ਨਹੀਂ ਰਿਹਾ। ਹੱਕ ਨਿਹੱਕ ਦੀ ਵਿਚਾਰ ਉੱਡ ਗਈ ਹੈ। ਨੇਮ ਧਰਮ ਤੇ ਕੋਈ ਨਹੀਂ ਖੜਾ। ਪਸ਼ੂਆਂ ਵਾਂਗ ਸਭ ਕੋਈ ਤ੍ਰਿਸ਼ਨਾਲੂ ਫਿਰਦਾ ਹੈ। ਸਿੱਧ, ਕਿਆ ਰਾਜਾ ਪ੍ਰਜਾ ਦੇ ਸਦਾਚਾਰ ਦੇ ਹੱਕ ਪਰ ਟੁਰਨ ਦਾ ਪ੍ਰਬੰਧ ਨਹੀਂ ਕਰਦਾ? ਗੁਰੂ ਜੀ, ਪਾਤਸ਼ਾਹ ਪ੍ਰਜਾ ਨੂੰ ਪਾਲਣ ਦੀ ਥਾਂ ਖਾ ਰਹੇ ਹਨ। ਰਾਜੇ ਤੇਜਹੀਨ ਹਨ। ਸਿੱਧ, ਪ੍ਰਜਾ ਇਕੱਤਰ ਹੋ ਕੇ ਕਿਉਂ ਅੱਛਾ ਰਾਜਾ ਨਹੀਂ ਬਣਾ ਲੈਂਦੀ? ਗੁਰੂ ਜੀ, ਪ੍ਰਜਾ ਵਿਦਿਆਹੀਨ ਹੈ, ਗਿਆਨਹੀਨ ਹੈ, ਗੁਲਾਮੀ, ਜ਼ੁਲਮ, ਅਵਿਦਿਆ ਦੇ ਹੇਠਾਂ ਨਿਤਾਣੀ ਤੇ ਝੂਠ ਦੇ ਪ੍ਰੇਮ ਵਾਲੀ ਹੋ ਗਈ ਹੈ। ਭੈ ਹੇਠਾਂ ਆਦਮੀ ਝੂਠਾ ਤੇ ਕਮਜ਼ੋਰ ਹੋ ਜਾਂਦਾ ਹੈ। ਸਿੱਧ, ਭਗਤ ਲੋਕ? ਗੁਰੂ ਜੀ, ਉਹ ਤਾਂ ਨਾਚ ਰੰਗ ਰਹਿ ਗਿਆ ਹੈ। ਚੇਲੇ ਸਾਜ਼ ਵਜਾਉਂਦੇ ਤੇ ਗੁਰੂ ਨੱਚਦੇ ਹਨ। ਲੀਲਾ ਤੇ ਰਾਸਾਂ ਦੇ ਨਾਟਕ ਕਰਦੇ ਹਨ। ਰਸ ਰੰਗ ਤੇ ਮਾਇਆ ਦਾ ਅਖਾੜਾ ਲੱਗਦਾ ਹੈ। ਸਿੱਖਿਆ ਦੇਣੀ, ਧਰਮ ਸਿਖਾਲਣਾ ਉਹਨਾਂ ਵਿੱਚ ਵੀ ਨਹੀਂ ਰਿਹਾ। ਸਿੱਧ, ਇੱਕ ਵਿਦਵਾਨ ਦੇ ਸਪੁਰਦ 200-400 ਘਰ ਹੁੰਦਾ ਸੀ, ਜਿਨ੍ਹਾਂ ਵਿੱਚ ਉਹ ਰਹਿੰਦਾ ਤੇ ਸਭ ਪ੍ਰਕਾਰ ਦੀ ਸ਼ੁਭ ਮੱਤ ਦਿੰਦਾ ਰਹਿੰਦਾ ਸੀ। ਕਿਆ ਉਹ ਬਿਰਧ ਵੀ ਕੰਮ ਨਹੀਂ ਕਰਦੇ? ਗੁਰੂ ਜੀ, ਉਹ ਮੰਗਤੇ ਹੋ ਗਏ ਹਨ। ਚੇਲੇ ਦਾਤਾ ਬਣ ਕੇ ਘਰੀ ਕਾਰਾਂ ਵਿਹਾਰਾਂ ਵਿੱਚ ਰਹਿੰਦੇ ਹਨ ਤੇ ਗੁਰੂ ਉਗਰਾਹੀ ਕਰਨ ਉਹਨਾਂ ਦੇ ਘਰੀ ਸਾਲ ਮਗਰੋਂ ਜਾਂਦੇ, ਦਾਣੇ ਪੱਠੇ ਰੁਪਏ ਲੈਂਦੇ, ਪ੍ਰਸ਼ਾਦੇ ਛਕਦੇ ਤੇ ਉਹਨਾਂ ਨੂੰ ਧਾਗੇ ਤਵੀਤ ਦੇ ਕੇ ਟੁਰ ਆਉਂਦੇ ਹਨ। ਸਿੱਧ, ਮੁਸਲਮਾਨਾਂ ਦਾ ਰਾਜ ਹੈ, ਉਹਨਾਂ ਦੇ ਕਾਜ਼ੀ ਧਰਮ ਨਿਆਂ ਨਹੀਂ ਟੋਰਦੇ। ਗੁਰੂ ਜੀ, ਕਾਜ਼ੀ ਵੱਡੀ ਖੋਰ ਹੋ ਗਏ ਹਨ। ਵੱਡੀ ਖਾ ਕੇ ਹਾਕ ਮਾਰ ਦਿੰਦੇ ਹਨ।
ਸਿੱਧ ਗ੍ਰਹਸਥੀ ਵੀ ਅੱਛੇ ਹੁੰਦੇ ਹਨ, ਉਹਨਾਂ ਨੂੰ ਵੀ ਕੁਝ ਵਗ ਗਈ ਹੈ। ਗੁਰੂ ਜੀ, ਗ੍ਰਹਸਥ ਦਾ ਨਾਤਾ ਹੀ ਟੁੱਟ ਗਿਆ ਹੈ। ਗ੍ਰਹਸਥ ਹੈ ਇਸਤਰੀ ਪੁਰਖ ਦਾ ਸੰਬੰਧ, ਤੇ ਉਹ ਸੰਬੰਧ ਹੈ ਸੱਚੇ ਸੁੱਚੇ ਪਿਆਰ ਦਾ। ਉੱਥੇ ਇਹ ਹਨੇਰ ਵਰਤਿਆ ਹੈ ਕਿ ਇਸਤਰੀ ਪੁਰਖ ਦਾ ਪਿਆਰ ਪੈਸੇ ਦਾ ਪਿਆਰ ਰਹਿ ਗਿਆ ਹੈ। ਕੋਈ ਕਿਤੇ ਫਿਰੇ, ਧਰਮ ਕੁਧਰਮ, ਪਿਆਰ ਸ਼ੀਲ, ਕਿਸੇ ਗੱਲ ਦੀ ਪੁੱਛ ਨਹੀਂ ਰਹੀ। ਇਹ ਸੁਣ ਕੇ ਸਿੱਧਾ ਨੇ ਵਿਚਾਰ ਕੀਤੀ ਕਿ ਕੀ ਕੀਤਾ ਜਾਵੇ। ਸੋਚ ਕੇ ਇਹੋ ਗੱਲ ਫੁਰੀਓ ਨੇ ਕਿ ਜੇ ਇਹ ਨਾਨਕ ਹੀ ਸਾਡਾ ਚੇਲਾ ਬਣ ਜਾਵੇ ਤਾਂ ਸਾਡੇ ਪੰਥ ਨੂੰ ਮੁੜ ਰੋਸ਼ਨ ਕਰੇ ਤੇ ਗੋਰਖ ਮਤ ਦਾ ਜ਼ੋਰ ਜੋ ਟੁੱਟ ਰਿਹਾ ਹੈ ਪ੍ਰਬਲ ਪੈ ਜਾਵੇ। ਇਹ ਵਿਚਾਰ ਕੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਤਲਾਅ ਤੋਂ ਪਾਣੀ ਭਰ ਲਿਆਓ। ਮੁਸਕਰਾ ਕੇ ਸਤਿਗੁਰੂ ਗਏ। ਅੱਗੇ ਤਾਲ ਵਿੱਚ ਪਾਣੀ ਦੀ ਥਾਵੇਂ ਰਤਨ ਤੇ ਜਵਾਹਰ ਨਜ਼ਰ ਆਏ, ਜੋ ਸਿੱਧਾ ਨੇ ਇਸ ਲਈ ਉੱਥੇ ਭੁਲੇਵੇ ਦੇ ਰਚ ਕੇ ਵਰਤਾਏ ਸਨ ਕਿ ਗੁਰੂ ਜੀ ਇਹਨਾਂ ਦੀ ਸ਼ਕਤੀ ਦੇ ਕਾਇਲ ਹੋ ਜਾਣ ਤੇ ਮਾਇਆ ਦਾ ਪ੍ਰਭਾਵ ਪੈ ਜਾਵੇ। ਪਰ ਮਾਇਆ ਰੂਪੀ ਬਿਜਲੀ ਵਾਹਿਗੁਰੂ ਜੀ ਦੇ ਸੱਚੇ ਤੇ ਅਸਲੀ ਪ੍ਰਕਾਸ਼ ਵਾਲੇ ਮਨ ਉੱਤੇ ਅਸਰ ਪਾ ਨਹੀਂ ਸਕਦੀ ਸੀ। ਗੁਰੂ ਜੀ ਨੇ ਰਤਨਾਂ ਨੂੰ ਛੁਇਆ ਤੱਕ ਨਹੀਂ, ਵਾਪਸ ਆ ਗਏ ਤੇ ਕਿਹਾ ਕਿ ਉਸ ਤਲਾਅ ਵਿੱਚ ਤਾਂ ਭੁਲੇਵੇ ਦੇ ਪੱਥਰ ਹਨ, ਪਾਣੀ ਕਿੱਥੇ? ਜਿਸ ਤੋਂ ਸਿੱਧ ਸਮਝ ਗਏ ਕਿ ਮਾਇਆ ਤੇ ਸਿੱਧੀਆਂ ਇਹਨਾਂ ਪਰ ਅਸਰ ਨਹੀਂ ਰੱਖਦੀਆਂ। ਹੁਣ ਦਿਮਾਗੀ ਮੁਕਾਬਲਾ ਬੈਠੇ ਛੇੜ। ਮਹਾਦੇਵ, ਨਾਨਕ ਤੂੰ ਗਿਰਹੀ ਹੈ ਕਿ ਉਦਾਸੀ? ਗੁਰੂ ਨਾਨਕ, ਗਿਰਹੀ ਉਦਾਸੀ ਦੇ ਲੱਛਣ ਕਹੋ। ਮਹਾਦੇਵ, ਜੋ ਮਾਇਆ ਵਿੱਚ ਫਸੇ ਘਰ-ਬਾਰੀ ਹੋਵੇ ਉਹ ਗਿਰਹੀ, ਜੋ ਇਸ ਤੇ ਨਹਿ ਕੇਵਲ ਹੋ ਜਾਵੇ ਤੇ ਅਟੰਕ ਰਹੇ ਸੋ ਉਦਾਸੀ। ਗੁਰੂ ਜੀ, ਗ੍ਰਹਸਥੀ ਮਾਇਆ ਤੋਂ ਨਹਿ ਕੇਵਲ ਹੋ ਸਕਦਾ ਹੈ ਕਿ ਨਹੀਂ? ਮਹਾਦੇਵ, ਤ੍ਰੈ ਕਾਲ ਨਹੀਂ। ਗੁਰੂ ਜੀ, ਹੋ ਸਕਦਾ ਹੈ, ਪਰ ਤੁਹਾਡੇ ਗਿਰਹੀ ਉਦਾਸੀ ਦੇ ਲੱਛਣ ਠੀਕ ਨਹੀਂ। ਮਹਾਦੇਵ, ਤਾਂ ਤੁਸੀਂ ਆਪਣੇ ਲੱਛਣ ਕਹੋ। ਗੁਰੂ ਜੀ, ਸੋ ਗਿਰਹੀ ਜੋ ਨਿਗ੍ਰਹਿ ਕਰੈ, ਜਪ ਤਪ ਸੰਜਮ ਭਿਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਹਾਦੇਵ, ਇਸ ਬ੍ਰਹਮੰਡ ਦਾ ਜੋ ਪਰਮ ਤੱਤ ਹੈ ਉਸ ਵਿੱਚ ਰੂਪ ਤੇ ਰੇਖ ਨਹੀਂ। ਇਹ ਗਿਰਹੀ ਰੂਪ ਤੇ ਰੇਖ ਵਾਲਾ ਹੈ, ਇਹ ਲੀਨ ਕਿਵੇਂ ਹੋਵੇਗਾ? ਗੁਰੂ ਜੀ, ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮ ਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ। ਮਹਾਦੇਵ, ਗਿਰਹੀ ਜਾਗਤਾ ਪਿਆ, ਮਾਇਆ ਤੋਂ ਉਦਾਸ ਕੀਕੂ, ਕੋਈ ਦ੍ਰਿਸ਼ਟਾਂਤ? ਗੁਰੂ ਜੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੀ। ਮਹਾਦੇਵ, ਸੋਚੀ ਪੈ ਕੇ ਉਦਾਸੀ ਦੇ ਲੱਛਣ ਕਹੋ। ਗੁਰੂ ਜੀ, ਹਰ ਕੀ ਭਗਤ ਰਤੇ ਬੈਰਾਗੀ, ਝੁਕੇ ਮੋਹ ਪਿਆਸਾ, ਨਾਨਕ ਹੋਮੇ ਮਾਰ ਪਤੀਣੇ, ਵਿਰਲੇ ਦਾਸ ਉਦਾਸਾ। ਮਹਾਦੇਵ, ਇਉਂ ਜਾਪਦਾ ਹੈ ਕਿ ਆਪ ਉਦਾਸੀ ਤੇ ਗ੍ਰਹਸਥੀ ਨੂੰ ਅਲੱਗ ਨਹੀਂ ਕਰ ਰਹੇ, ਤੁਸੀਂ ਵੀ ਤਾਂ ਉਦਾਸੀ ਦਿਸਦੇ ਹੋ। ਗੁਰੂ ਜੀ, ਗੁਰਬਚਨੀ ਬਾਹਰ ਘਰ ਏਕੋ, ਨਾਨਕ ਪਿਆ ਉਦਾਸੀ। ਮਹਾਦੇਵ, ਤੂੰ ਸਾਨੂੰ ਸਮਝ ਨਹੀਂ ਰਿਹਾ। ਗਿਰਹੀ ਤੇ ਉਦਾਸੀ ਇੱਕੇ ਵਕਤ ਵਿੱਚ ਇੱਕੋ ਆਦਮੀ ਹੋ ਸਕਦਾ ਹੈ। ਗੁਰੂ ਜੀ, ਤੁਸੀਂ ਹਿਰਦੇ ਦੇ ਭਾਵਾਂ ਨੂੰ ਸਰੀਰ ਦੇ ਹੱਦ ਬੰਨਿਆਂ ਨਾਲ ਨਿਖੇੜ ਰਹੇ ਹੋ। ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖ ਆਪ ਪਛਾਣਿਆ, ਨਾਨਕ ਕਹੇ ਅਵਰ ਨਹੀਂ ਦੂਜਾ, ਸਾਧ ਸਬਦ ਮਨ ਮਾਨਿਆ। ਮਛਿੰਦਰ ਨਾਲ ਤਮਕ ਖਾ ਕੇ ਬੋਲਿਆ, ਫਿਰ ਸ਼ਾਸਤਰ ਝੂਠੇ ਹਨ ਤੇ ਕੀ ਅਵਧੂਤ ਸਾਰੇ ਭੁੱਲ ਵਿੱਚ ਹਨ? ਗੁਰੂ ਜੀ, ਝੂਠਾ ਆਪਣਾ ਮਨ ਹੁੰਦਾ ਹੈ ਜਾਂ ਪੁਰਸ਼ ਦਾ ਵਰਤਾਓ ਝੂਠਾ ਹੋ ਸਕਦਾ ਹੈ। ਪੰਜਾਂ ਨੂੰ ਵਸ ਕਰਨਾ ਪ੍ਰਯੋਜਨ ਹੈ। ਸੁਣ ਮਾਛਿੰਦਰਾ, ਨਾਨਕ ਬੋਲੇ, ਵਸਗਤ ਪੰਜ ਕਰੇ ਨਹਿ ਡੋਲੇ। ਗੋਰਖਨਾਥ ਬੋਲਿਆ, ਫਿਰ ਤਾਂ ਆਪ ਅਤੀਤ ਤਾਈ ਨੂੰ ਨਹੀਂ ਮੰਨਦੇ। ਗੁਰੂ ਜੀ, ਅਤੀਤ ਇਹ ਹੈ, ਮਨ ਮੇ ਮਨੁਆ ਚਿਤ ਮੇ ਚੀਤਾ, ਐਸੇ ਹਰ ਕੇ ਲੋਗ ਅਤੀਤਾ। ਇਸ ਪ੍ਰਕਾਰ ਬੜੀ ਚਰਚਾ ਹੋਈ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀ ਹੈ। ਜਦ ਸਾਰੇ ਸਿੱਧ ਹਰ ਤਰ੍ਹਾਂ ਹਾਰ ਚੁੱਕੇ ਤਾਂ ਮੰਗਲਨਾਥ ਤੇ ਭਰਥਰੀ ਜੀ ਨੇ ਗੋਰਖ ਨੂੰ ਨੇਕ ਸਲਾਹ ਦਿੱਤੀ, ਕਿਉਂਕਿ ਇਸ ਸਮੇਂ ਭਰਥਰੀ ਜੋਗੀ ਵੀ ਸਿੱਧ ਮੰਡਲੀ ਵਿੱਚ ਪਹੁੰਚਾ ਹੋਇਆ ਸੀ। ਸਤਿਗੁਰੂ ਦੇ ਸਾਰੇ ਉਪਦੇਸ਼ ਨਾਲ ਉਸ ਦਾ ਹਿਰਦਾ ਪਲਟ ਚੁੱਕਾ ਸੀ ਤੇ ਉਹ ਅੰਤਰੀਵ ਸੁਖ ਤੇ ਮਾਨਸਿਕ ਤਿਆਗ ਦਾ ਸਮਝਦਾਰ ਹੋ ਚੁੱਕਾ ਸੀ, ਪਰ ਸੀ ਅਜੇ ਆਪਣੇ ਪੰਥ ਵਿੱਚ ਹੀ। ਸ਼੍ਰੀ ਗੁਰੂ ਜੀ ਦਾ ਆਗਮਨ ਸੁਣ ਕੇ ਉਸਨੇ ਗੋਰਖ ਆਪਣੇ ਜੋਗ ਮਾਰਗ ਦੇ ਗੁਰੂ ਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਿਲ ਚੁੱਕਾ ਹਾਂ, ਉਹ ਅਵਤਾਰ ਹਨ, ਗੁਰ ਅਵਤਾਰ। ਮੈਂ ਜਦ ਸਮਾਧੀ ਵਿੱਚ ਮੁਨੀ ਜੀ ਦੇ ਦਰਸ਼ਨ ਕੀਤੇ ਸਨ ਤਾਂ ਉਹਨਾਂ ਨੇ ਮੈਨੂੰ ਨਾਮ ਤੇ ਲੱਛਣ ਦੱਸੇ ਤੇ ਇਹ ਭੇਤ ਸੁਝਾਇਆ ਸੀ। ਫਿਰ ਜਦੋਂ ਮੈਨੂੰ ਗੁਰੂ ਜੀ ਆਸ਼ਰਮ ਆ ਕੇ ਮਿਲੇ ਹਨ ਤਾਂ ਦਰਸ਼ਨ ਕਰਕੇ ਸਤਸੰਗ ਕਰਕੇ ਪਰਖ ਲਿਆ ਸੀ ਕਿ ਮੁਨੀ ਵਾਕ ਸਤਿਅ ਹੈ। ਉਹ ਅਵਤਾਰ ਹਨ ਤੇ ਇੱਕ ਨਾਮ ਦਾ ਉਪਦੇਸ਼ ਕਰਦੇ ਹਨ, ਬਚਨ ਸਾਰ ਕਰਦੇ ਹਨ ਤੇ ਬਨਾਵਟਾਂ ਤੋਂ ਕੱਢਦੇ ਤੇ ਤੱਤ ਦਾ ਗਿਆਨ ਦਿੰਦੇ ਹਨ।
ਮੈਂ ਮਿਲ ਕੇ ਅਤ ਸੁਖ ਪਾਇਆ ਹੈ। ਚੰਗਾ ਹੋਵੇ ਕਿ ਉਹਨਾਂ ਨਾਲ ਵਾਦ ਵਿਵਾਦ ਤੇ ਵਿਰੋਧ ਨਾ ਕੀਤਾ ਜਾਵੇ ਤੇ ਮੇਲ ਕੀਤਾ ਜਾਵੇ। ਗੌਰਖ, ਪਰ ਦੋ ਗੁਰੂ ਕਿੱਕੂ ਰਹਿ ਸਕਦੇ ਹਨ ਇਕੱਠੇ। ਉਹ ਵੀ ਗੁਰੂ ਤੇ ਮੈਂ ਵੀ ਗੁਰੂ। ਜੇ ਉਹ ਮੇਰਾ ਬਾਲਕਾ ਬਣ ਜਾਵੇ ਤਾਂ ਭਾਗ ਸੁਖੱਲੀ ਗੱਲ ਹੋ ਸਕਦੀ ਹੈ। ਭਰਤਰੀ, ਉਹਨਾਂ ਦਾ ਬਾਲਕਾ ਬਣਨਾ ਗੱਲ ਅਨਹੋਣੀ ਜਿਹੀ ਹੈ, ਕਿਉਂਕਿ ਅਵਤਾਰ ਹਨ, ਪਰ ਸ਼੍ਰੀ ਰਾਮ ਕ੍ਰਿਸ਼ਨ ਅਵਤਾਰਾਂ ਨੇ ਦੇਹ ਵਿੱਚ ਆ ਕੇ ਗੁਰੂ ਧਾਰੇ ਸਨ। ਇਸ ਕਰਕੇ ਸ਼ਾਇਦ ਉਹ ਵੀ ਗੁਰੂ ਧਾਰਨ ਕਰਨ, ਕੇਵਲ ਮਰਿਆਦਾ ਪੂਰਤੀ ਲਈ। ਇਹ ਵਿਚਾਰ ਕੇ ਤੁਸੀਂ ਯਤਨ ਕਰ ਦੇਖੋ ਜੇ ਦੇਖਣਾ ਹੈ ਤਾਂ। ਇਸ ਤਰ੍ਹਾਂ ਦੇ ਵਿਚਾਰ ਹੋ ਕੇ ਸਿੱਧਾਂ ਨੇ ਮਿਲ ਮਿਲ ਕੇ ਜ਼ੋਰ ਲਾਏ। ਗੁਰੂ ਜੀ ਦੇ ਡੇਰੇ ਗਏ ਤੇ ਸਿੱਧੀਆਂ ਦੇ ਪਰਚੇ ਲਾਏ ਤੇ ਬਹਿਸਾਂ ਕੀਤੀਆਂ। ਜਦ ਬੜੇ ਬੜੇ ਮਾਨੀ ਸਿੱਧ ਹਾਰ ਗਏ ਤਾਂ ਗੌਰਖ ਨੇ ਕਿਹਾ ਕਿ ਭਰਤਰੀ, ਤੇਰਾ ਪੁਰਾਣਾ ਮੇਲ ਹੈ, ਤੂੰ ਜਾ ਕੇ ਸਤਿਕਾਰ ਨਾਲ ਉਹਨਾਂ ਨੂੰ ਲੈ ਆਓ, ਜੋ ਹੁਣ ਉਹਨਾਂ ਦੇ ਸਾਰ ਸਿਧਾਂਤ ਨੂੰ ਸਾਰਿਆਂ ਵਿੱਚ ਬੈਠ ਕੇ ਸੁਣੀਏ। ਭਰਤਰੀ ਚਲਾ ਗਿਆ, ਬਹੁਤ ਸਤਿਕਾਰ, ਸ਼ਰਧਾ ਤੇ ਪ੍ਰੇਮ ਨਾਲ ਮਿਲਿਆ ਤੇ ਸਤਿਗੁਰੂ ਜੀ ਨੂੰ ਗੋਰਖ ਦਾ ਸੰਦੇਸ਼ ਦਿੱਤਾ। ਸ਼੍ਰੀ ਗੁਰੂ ਜੀ ਹੁਣ ਉੱਥੇ ਪੁੱਜੇ ਜਿੱਥੇ ਗੋਰਖਨਾਥ ਆਦਿਕ ਜੋਗੀ ਸੀ। ਫਿਰ ਵਾਰਤਾਲਾਪ ਹੋਈ ਤੇ ਸਿੱਧਾਂ ਦੇ ਜ਼ੋਰ ਲੱਗੇ, ਪਰ ਆਖਰ ਸ਼੍ਰੀ ਗੁਰੂ ਜੀ ਨੇ ਸਾਰਿਆਂ ਤੇ ਵਿਜੇ ਪਾਈ। ਭਰਤਰੀ ਨੇ ਇੱਕ ਜੋਗੀਆਂ ਦੀ ਲੱਗੀ ਮਜਲਸ ਵਿੱਚ ਬਿਨੇ ਕੀਤੀ ਕਿ ਗੁਰੂ ਜੀ, ਆਪ ਨਾਲ ਚਰਚਾ ਕਰਕੇ ਸਭ ਨੇ ਵਾਕ ਸੁਣੇ ਹਨ, ਪਰ ਕੁਝ ਭੁਲੇਵੇ ਹਨ, ਸੋ ਤੁਸੀਂ ਆਪਣੇ ਹਿਰਦੇ ਦਾ ਗਿਆਨ ਆਪ ਕਿਰਪਾ ਕਰਕੇ ਸੁਣਾਓ ਕਿ ਕਿਸ ਨਿਸ਼ਚੇ ਵਿੱਚ ਹੋ ਜੋ ਸਭਨਾਂ ਨੂੰ ਲਾਭ ਪੁੱਜੇ। ਜੋ ਜੋ ਪ੍ਰਸ਼ਨ ਸਿੱਧਾਂ ਦੇ ਅੰਦਰ ਅਜੇ ਰੜਕਦੇ ਹਨ, ਉਹਨਾਂ ਦੇ ਵਿਚਾਰ ਵਿੱਚ ਵੀ ਆ ਜਾਵੇ। ਤਦ ਸ਼੍ਰੀ ਗੁਰੂ ਜੀ ਨੇ ਫਰਮਾਇਆ, ਭਰਤਰੀ ਜੋਗੀ, ਤੂੰ ਜੋ ਕੁਝ ਚਾਹੁੰਦਾ ਹੈ ਕਿ ਸਿੱਧਾਂ ਦੇ ਖਿਆਲ ਸਾਫ਼ ਕਰੀਏ, ਉਹ ਕਹਿ ਦੇ। ਫਿਰ ਅਸੀਂ ਆਪਣਾ ਗਿਆਨ ਤੇ ਤੁਹਾਡੀਆਂ ਮੁਸ਼ਕਲਾਂ ਪਰ ਵਿਚਾਰ ਨਾਲੋਂ ਨਾਲ ਦੱਸੀ ਜਾਵਾਂਗੇ। ਜੋ ਗਿਆਨ ਸਾਡੇ ਅੰਦਰ ਨਿਵਾਸ ਰੱਖਦਾ ਹੈ, ਉਹ ਤਾਂ ਇਹ ਹੈ ਕਿ ਇਹ ਦੱਸਦੇ ਵਸਦੇ ਨਾਨਾ ਰੰਗਾਂ ਦੇ ਜਗਤ ਵਿੱਚ ਇੱਕ ਜੋਤੀ ਸਰੂਪ ਨਿਰੰਕਾਰ ਭਰਪੂਰ ਹੈ ਤੇ ਉਹ ਅਕ੍ਰੈ ਸ਼ਕਤੀ ਮਾਤਰ ਨਹੀਂ, ਪਰ ਇਹ ਸਾਰੇ ਨੂੰ ਧਾਰਨ ਕਰ ਰਿਹਾ, ਸੰਭਾਲ ਰਿਹਾ ਤੇ ਤੋਰ ਰਿਹਾ ਕਾਦਰ ਕਰਤਾ ਹੈ। ਉਸ ਦੀ ਪ੍ਰਾਪਤੀ ਦਾ ਮਾਰਗ ਸਤਸੰਗ ਨੂੰ ਪ੍ਰਾਪਤ ਹੋਣਾ ਹੈ। ਸਤਸੰਗ ਵਿੱਚ ਉਸ ਹਰੀ ਦੇ ਗੁਣਾਂ ਦਾ ਗਾਇਨ ਹੁੰਦਾ ਹੈ, ਜਿਸ ਤੋਂ ਉਸ ਨਾਲ ਪ੍ਰੇਮ ਲੱਗਦਾ ਤੇ ਮੇਲ ਹੁੰਦਾ ਹੈ। ਸਤਸੰਗ ਤੇ ਕੀਰਤਨ ਵਿੱਚੋਂ ਨਾਮ ਦੀ ਸੋਝੀ ਪੈਂਦੀ ਹੈ। ਨਾਮ ਪ੍ਰੇਮ ਹੈ, ਨਾਮ ਹੀ ਜੀਵਨ ਦਾ ਆਧਾਰ ਹੈ। ਭਰਤਰੀ, ਸਿੱਧ ਪੁੱਛਣਾ ਚਾਹੁੰਦੇ ਹਨ ਕਿ ਸੰਸਾਰਕ ਬੰਧਨ ਤੇ ਕਾਮਾਦ ਵਿਕਾਰਾਂ ਤੋਂ ਪਾਰ ਉਤਾਰਾ ਕਿੱਕੂ ਹੁੰਦਾ ਹੈ। ਅਸੀਂ ਤਾਂ ਨੇਤੀ ਧੋਤੀ ਕਰਕੇ ਮੈਲਾ ਦੂਰ ਕਰਦੇ ਹਾਂ, ਜਗਤ ਨਾਲ ਨੇਹੋ ਤੋੜ ਕੇ ਬੰਧਨਾਂ ਤੋਂ ਛੁੱਟਦੇ ਹਾਂ। ਆਪ ਦੇ ਮਾਰਗ ਵਿੱਚ ਕਿਵੇਂ ਖਲਾਸੀ ਹੁੰਦੀ ਹੈ। ਗੁਰੂ ਜੀ, ਇੱਕ ਤਾਂ ਗੁਰੂ ਦਾ ਉਪਦੇਸ਼ ਅਰਥਾਤ ਗੁਰੂ ਦੀ ਦਿੱਤੀ ਗੁਰਮਤ ਇਹਨਾਂ ਤੋਂ ਦੁਰਮਤ ਨੂੰ ਛੁਡਾਉਂਦੀ ਹੈ। ਦੂਜੇ, ਸਤਸੰਗ ਦੀ ਵਾੜ ਵਿਕਾਰਾਂ ਦੀ ਰਾਖੀ ਹੈ ਅਤੇ ਜੋ ਮੈਲਾਂ ਪਹਿਲੇ ਲੱਗ ਰਹੀਆਂ ਹਨ, ਉਹ ਵੀ ਸਤਸੰਗ ਦੇ ਸਰੋਵਰ ਵਿੱਚ ਧੋਪਦੀਆਂ ਹਨ, ਕਿਉਂਕਿ ਉੱਥੇ ਹਰੀ ਦੇ ਗੁਣ ਗਾਇਨ ਹੁੰਦੇ ਹਨ। ਗੁਣਾਂ ਦੇ ਗਾਇਨ ਨਾਲ ਮੈਲ ਉਤਰਦੀ ਹੈ, ਸੋ ਅਗਲੀਆਂ ਸਹੇੜੀਆਂ ਮੈਲਾਂ ਤੇ ਯਤਨ ਕਰਦੀਆਂ ਵੀ ਉੱਤੋਂ ਰੋਜ਼ ਪੈ ਜਾਂਦੀਆਂ ਮੈਲਾਂ ਸਤਸੰਗ ਸਰੋਵਰ ਧੋਂਦਾ ਹੈ। ਸਤਸੰਗ ਦਾ ਸਰੋਵਰ ਕਦੇ ਮੈਲਾ ਨਹੀਂ ਹੁੰਦਾ, ਇਸ ਕਰਕੇ ਮੈਲ ਧੋਣ ਨੂੰ ਸਦਾ ਸਮਰੱਥ ਰਹਿੰਦਾ ਹੈ। ਭਰਤਰੀ, ਜੋਗੀ ਪੁੱਛਦੇ ਹਨ ਕਿ ਤਿਆਗੀ ਨੂੰ ਤਾਂ ਬੋਲਣ ਦੀ ਲੋੜ ਨਹੀਂ ਪੈਂਦੀ ਤੇ ਤੁਸਾਂ ਦਾ ਤਾਂ ਮਾਰਗ ਹੈ ਸਿਮਰਨ ਤੇ ਜਪ, ਉਹ ਜੀਭ ਦਾ ਹੀ ਕੰਮ ਹੈ। ਫਿਰ ਤੁਸੀਂ ਮੌਨੀ ਕਰਕੇ ਜਗਤ ਨੂੰ ਸਿਮਰਨ ਵਿੱਚ ਲਾਉਂਦੇ ਹੋ ਜਾਂ ਕਿਸੇ ਹੋਰ ਰੀਤੀ ਨਾਲ। ਗੁਰੂ ਜੀ, ਅਸੀਂ ਸਿਮਰਨ ਦੇ ਪ੍ਰੇਮੀ ਨੂੰ ਆਖਦੇ ਹਾਂ, ਭਾਈ ਬ੍ਰਿਥਾ ਗੱਲਾਂ ਗੱਪਾਂ ਵਿੱਚ ਸਮਾਂ ਨਾ ਵਜਾਓ, ਬੋਲੋ ਪਰ ਲੋੜ ਦਾ ਬੋਲੋ ਤੇ ਬਾਕੀ ਸਾਰਾ ਸਮਾਂ ਹਰੀ ਗੁਣ ਗਾਓ। ਇਉਂ ਨਾਮ ਵੀ ਜਪ ਹੋ ਜਾਂਦਾ ਹੈ ਤੇ ਸੰਸਾਰ ਦਾ ਵਿਹਾਰ ਵੀ ਤੁਰਦਾ ਰਹਿੰਦਾ ਹੈ। ਫਿਰ ਅੱਗੇ ਚੱਲ ਕੇ ਸਿਮਰਨ ਆਪੂ ਜਦ ਟੁਰ ਪੈਂਦਾ ਹੈ, ਤਦ ਉਸ ਦਾ ਆਪਣਾ ਸਵਾਦ ਹੀ ਪ੍ਰੇਮੀ ਨੂੰ ਬਹੁਤ ਬੋਲਣ ਤੋਂ ਵਰਜ ਲੈਂਦਾ ਹੈ। ਭਰਤਰੀ, ਜੋਗੀ ਕਹਿੰਦੇ ਹਨ ਕਿ ਅਸੀਂ ਆਪਣੇ ਮਾਰਗ ਵਿੱਚ ਤੁਰਦੇ ਦਸਮ ਦੁਆਰ ਵਿੱਚ ਟਿਕ ਕੇ ਸੁੰਨ ਵਿੱਚ ਸਮਾ ਜਾਂਦੇ ਹਾਂ। ਤੁਸੀਂ ਵਲੇਵਿਆਂ ਦੇ ਵਿੱਚ ਬੈਠਿਆਂ ਨੂੰ ਸਾਧਨ ਕਰਵਾਉਂਦੇ ਹੋ, ਇਉਂ ਸੁੰਨ ਵਿੱਚ ਸਮਾਧੀ ਕਿੱਕੂ ਕਰਵਾਉਂਦੇ ਹੋ। ਗੁਰੂ ਜੀ, ਜਿਸ ਸੁੰਨ ਵਿੱਚ ਤੁਸੀਂ ਸਮਾਉਂਦੇ ਹੋ ਉਸ ਨੂੰ ਤੁਸੀਂ ਸ਼ੂਨਯ ਮੰਨਦੇ ਹੋ। ਅਣਹੋਂਦ ਤੁਲ ਕੋਈ ਦਸ਼ਾ। ਅਸੀਂ ਜਿਸ ਨੂੰ ਸ਼ੂਨ ਕਹਿੰਦੇ ਹਾਂ, ਉਹ ਸ਼ੂਨਯਤਾ ਨਹੀਂ, ਉਹ ਹੈ ਹੋਂਦ, ਔਰ ਉਹ ਹੋਂਦ ਵਿਆਪਕ ਹੈ। ਜਿਸ ਤਰ੍ਹਾਂ ਕਿ ਪ੍ਰਕਾਸ਼ ਹੈ, ਉਹਦਾ ਪ੍ਰਤੀਬਿੰਬ ਜਲਾਂ ਤੇ ਪੈ ਕੇ ਜਲ ਨੂੰ ਪ੍ਰਕਾਸ਼ਦਾ, ਇਸ ਤਰ੍ਹਾਂ ਉਹ ਸਾਡੀ ਸੁੰਨ ਜੋ ਹੈ ਹੋਂਦ ਹੈ, ਫਿਰ ਪ੍ਰਕਾਸ਼ ਸਰੂਪ ਹੈ। ਹਰੀ ਕੀਰਤਨ ਨਾਲ ਨਿਰਮਲ ਹੋਏ ਹਿਰਦਿਆਂ ਵਿੱਚ ਉਹ ਪ੍ਰਕਾਸ਼ ਵਾਂਗੂ ਸਮਾਉਂਦੀ ਹੈ। ਅਸੀਂ ਸੁੰਨ ਵਿੱਚ ਸਮਾ ਕੇ ਅਣਹੋਂਦ ਨਹੀਂ ਹੋ ਜਾਂਦੇ। ਸੁੰਨ ਸਾਡੇ ਵਿੱਚ ਵਿਆਪਕ ਹੋ ਕੇ ਵਰਤਦੀ ਹੈ, ਅਰਥਾਤ ਉਹ ਸੁੰਨ ਨਿਰੰਕਾਰ ਹੈ ਜੋ ਨਿਰਮਲ ਹਿਰਦਿਆਂ ਪਰ
ਪ੍ਰਤੀਬਿੰਬਿਤ ਹੁੰਦਾ ਹੈ। ਸੁੰਨ ਦਾ ਭਾਵ ਅਣਹੋਂਦ ਨਹੀਂ, ਪਰ ਨਿਰਆਕਾਰਤਾ ਵਾਲੀ ਵਿਆਪਕ ਹੋਂਦ, ਮਾਇਆ ਛਾਇਆ ਤੋਂ ਨਿਰੰਜਨ, ਜੋ ਗਿਆਨ ਸਰੂਪਾ ਹੈ। ਪਰਥਰੀ, ਅਸੀਂ ਜਦ ਹੱਠ ਯੋਗ ਕਰਕੇ ਬੈਠਦੇ ਹਾਂ ਤਾਂ ਇੱਕ ਧਾਰਾ ਚੋਂਦੀ ਹੈ, ਉਹ ਅੰਮ੍ਰਿਤ ਧਾਰਾ ਤੁਹਾਡੇ ਕਿਵੇਂ ਪੈਂਦੀ ਹੈ? ਗੁਰੂ ਜੀ, ਜੋ ਧਾਰਾ ਅੰਮ੍ਰਿਤ ਦੀ ਅੰਦਰ ਕੋਈ ਗੁੱਝੀ ਹੈ, ਉਹ ਇਕਾਗਰਤਾ ਹੋ ਜਾਣ ਤੇ ਆਪੇ ਚੋਏਗੀ। ਪਰ ਅਸੀਂ ਜਾਣਦੇ ਹਾਂ ਕਿ ਸਰੀਰ ਦੇ 5 ਪ੍ਰਸਿੱਧ ਰਸ ਹਨ ਤੇ 2 ਅੰਦਰਲੇ ਰਸ ਮਨ ਦੇ ਤੇ ਬੁੱਧੀ ਦੇ ਹਨ। ਇਹਨਾਂ ਸੱਤਾਂ ਵਿੱਚ ਪ੍ਰਤੀਬਿੰਬ ਤਾਂ ਸਾਡੇ ਨਿਰੰਕਾਰ ਦੇ ਆਤਮ ਰਸ ਦਾ ਹੀ ਪੈਂਦਾ ਹੈ ਨਾ। ਇਹਨਾਂ ਰਸਾਂ ਵਿੱਚ ਜੋ ਭੁਲੇਵਾ ਹੈ ਸੋ ਅਸੀਂ ਦੂਰ ਕਰਦੇ ਹਾਂ, ਸਰੀਰਕ ਹਿੱਸਾਂ ਵਿੱਚੋਂ ਵਿਤਰੇਕ ਕਰਕੇ ਵੱਖ ਕਰਦੇ ਹਾਂ। ਫਿਰ ਸ਼ੁੱਧ ਅੰਸ਼ ਜੋ ਰਸ ਦੀ ਹੈ ਉਸ ਨੂੰ ਨਿਖੇੜ ਲੈਂਦੇ ਹਾਂ। ਇਉਂ ਅਸੀਂ ਜੋ ਸਰੀਰਕ ਰਸਾਂ ਵਿੱਚੋਂ ਆਤਮ ਰਸ ਅਲੱਗ ਅਨੁਭਵ ਕਰਕੇ ਉਸ ਮਹਾਰਸ ਵਿੱਚ ਸਦਾ ਆਨੰਦ ਰਹਿੰਦੇ ਹਾਂ। ਪਰਥਰੀ, ਸਾਧਨ ਕੀ? ਗੁਰੂ ਜੀ, ਨਾਮ। ਪਰਥਰੀ, ਜੋਗੀ ਸਾਧਨ ਸਾਧ ਕੇ, ਕਾਇਆ ਮਾਂਜ ਕੇ ਸੈਂਕੜੇ ਬਰਸ ਜਿਉਂਦੇ ਹਨ ਤੋ ਸਾਡੇ ਅਨੁਯਾਈ ਕਾਲ ਨੂੰ ਕੀਕੂ ਫਤਿਹ ਕਰਦੇ ਹਨ। ਗੁਰੂ ਜੀ, ਸਾਡੇ ਰਾਹੇ ਟੁਰਨ ਵਾਲੇ ਨਾਮ ਦਾ ਜਦ ਸਿਮਰਨ ਕਰਦੇ ਹਨ ਤਾਂ ਸੱਚ ਦਾ ਬ੍ਰਤ ਧਾਰਨ ਕਰਦੇ ਹਨ। ਨਾਮ ਸਾਰੀਆਂ ਮੈਲਾਂ ਨੂੰ ਧੋਂਦਾ ਹੈ। ਸੱਚ ਪਹਿਲੀ ਸੁੱਚ ਹੈ ਜੋ ਨਾਮ ਨਾਲ ਅੰਦਰ ਜਾਗਦੀ ਹੈ। ਸੋ ਨਾਮ ਪ੍ਰੇਮੀ ਇੱਕ ਤਾਂ ਬ੍ਰਤ ਧਾਰਦੇ ਹਨ ਕਿ ਅਸੀਂ ਸੱਚ ਤੇ ਟਿਕਾਂਗੇ, ਦੂਸਰੇ ਨਾਮ ਕੱਟਦਾ ਹੈ ਝੂਠ ਨੂੰ। ਇਉਂ ਅੰਦਰਲਾ ਸੱਚ ਪ੍ਰਗਟ ਹੋ ਆਉਂਦਾ ਹੈ। ਇਹ ਜੋ ਸੱਚ ਦੀ ਪ੍ਰਾਪਤੀ ਹੈ, ਕਾਲ ਤੇ ਫਤਿਹ ਹੈ। ਸੱਚ ਨੂੰ ਅਨੁਭਵ ਕਰਨ ਵਾਲਾ ਹੋਣ ਦੀ ਛਿਨ ਵਿੱਚ ਹੋਣ ਦੀ ਪ੍ਰਤੀਤੀ ਤੇ ਟਿਕਦਾ ਹੈ। ਉਸ ਨੂੰ ਬੀਤ ਗਏ ਤੇ ਆਉਣ ਵਾਲੇ ਸਮੇਂ ਦੀ ਫਿਕਰ ਨਹੀਂ ਮਾਰਦੇ, ਕਿਉਂਕਿ ਜੋ ਲਗਾਤਾਰ ਰੋਹ ਅੰਦਰ ਪਈ ਹੈ ਉਹ ਹਰ ਛਿਨ ਸਿਮਰਨ ਵਿੱਚ ਰੱਖ ਰਹੀ ਹੈ। ਸਮੇਂ 3 ਹਨ, ਭੂਤ, ਵਰਤਮਾਨ, ਭਵਿੱਖਤ। ਭੂਤ ਵਰਤਮਾਨ ਵਿੱਚ ਤੇ ਵਰਤਮਾਨ ਭਵਿੱਖਤ ਵਿੱਚ ਪਰੋਤਾ ਪਿਆ ਹੈ। ਸੋ ਨਾਮੀ ਪੁਰਖ ਹੋਣ ਦੀ ਛਿਨ ਵਿੱਚ ਨਾਮ ਜਪ ਰਿਹਾ ਹੈ। ਉਸ ਦੀ ਇਹ ਛਿਨ ਜਦ ਭੂਤ ਕਾਲ ਬਣੇਗੀ ਉਹ ਨਾਮ ਵਿੱਚ ਭਰੀ ਗਈ ਹੋਵੇਗੀ ਤੇ ਉਸ ਦੀ ਹੁਣ ਦੀ ਛਿਨ ਨਾਮ ਵਿੱਚ ਭਰੀ ਪਈ ਹੈ। ਸੋ ਉਸ ਦਾ ਵਰਤਮਾਨ ਨਾਮ ਨਾਲ ਭਰਪੂਰ ਹੈ। ਫਿਰ ਉਸ ਦੇ ਭਵਿੱਖਤ ਕਾਲ ਦੀ ਹਰ ਛਿਨੇ ਵਰਤਮਾਨ ਬਣਨਾ ਹੈ ਜਿਸ ਵਿੱਚ ਉਸਨੇ ਨਾਮ ਜਪਣਾ ਹੈ। ਤਿੰਨੇ ਕਾਲ ਇੱਕ ਨਾਮ ਵਿੱਚ ਰਹਿਣ ਕਰਕੇ ਨਾਮੀ ਪੁਰਖ 63 ਕਾਲਾਂ ਦੀ ਵਿੱਥ ਮੇਟ ਲੈਂਦਾ ਹੈ। ਸੋ ਉਹ ਹੁਣ ਦੀ ਛਿਨ ਨੂੰ ਵਿਸਾਰੇ ਵਿੱਚ ਨਾ ਸਿੱਟਣ ਕਰਕੇ 3 ਕਾਲਾਂ ਵਿੱਚ ਅਮਰ ਹੋ ਗਿਆ ਹੈ। ਬਾਕੀ ਰਿਹਾ ਸਰੀਰ, ਇਹ ਚੋਲਾ ਹੈ, ਕਦੀ ਪਹਿਨ ਲਿਆ, ਕਦੀ ਲਾ ਦਿੱਤਾ। ਗੁਰਮੁਖ ਆਵੇ ਜਾਏ ਨਿਸੰਗ। ਤੁਸੀਂ ਜੋ ਵੱਡੀ ਉਮਰਾਂ ਕਰਦੇ ਹੋ ਤੇ ਪ੍ਰਾਣ ਚਾੜ ਕੇ ਬਹਿ ਰਹਿੰਦੇ ਹੋ, ਇਸ ਦਾ ਕੀ ਗੁਣ ਹੈ? ਸੁੰਨ ਵਿੱਚ ਬਹਿ ਰਹਿਣ ਨਾਲ ਮਨ ਸਰੀਰਕ ਰਸ ਦਾ ਮਾਨ ਨਹੀਂ ਰਿਹਾ ਤੇ ਆਤਮ ਰਸ ਲਈ ਸ਼ੂਨਯ ਹੋ ਗਿਆ। ਫਿਰ ਲਾਭ ਕੀ? ਬੇਹੋਸ਼ੀ ਦੇ ਜੀਵਨ ਤੇ ਮੌਤ ਵਿੱਚ ਕੋਈ ਫਰਕ ਵੱਡਾ ਨਹੀਂ ਦਿਸ ਪੈਂਦਾ। ਕਾਲ ਦਾ ਜਿੱਤਣਾ ਇੱਕ ਤਾਂ ਇਹ ਹੈ ਕਿ ਕਾਲ ਦੀਆਂ 3 ਵੰਡਾਂ ਦੀਆਂ ਸੰਦਾਂ ਨੂੰ ਮੇਲ ਕੇ ਚਿੱਤ ਲਗਾਤਾਰਤਾ ਵਿੱਚ ਚਲਾ ਜਾਏ। ਦੂਸਰੇ ਕਾਲ ਨੂੰ ਜਿੱਤਣਾ ਹੈ ਜਨਮ ਮਰਨ ਤੋਂ ਰਹਿਤ ਹੋ ਕੇ ਚਰਨ ਸ਼ਰਨ ਵਸਣਾ। ਉਹ ਵੀ ਨਾਮ ਦਾ ਹੀ ਫਲ ਹੈ। ਇੱਕ ਹੋਰ ਜੋਗੀ ਜੋ ਜ਼ਰਾ ਗੁੱਸੇ ਵਾਲਾ ਸੀ, ਕਾਲਾ ਹੋ ਕੇ ਬੋਲਿਆ, ਹੇ ਭਰਤਰੀ ਜੀਓ, ਪੁੱਛੋ ਨੇ ਕਿ ਤੁਹਾਡੇ ਮਾਰਗ ਵਿੱਚ ਕ੍ਰੋਧ ਨੂੰ ਸਾੜਨ ਦੀ ਵੀ ਜੁਗਤੀ ਕੋਈ ਹੈ? ਗੁਰੂ ਜੀ, ਜਦੋਂ ਸਾਡੀ ਮਰਜ਼ੀ ਦੇ ਉਲਟ ਕੋਈ ਗੱਲ ਹੁੰਦੀ ਹੈ ਤੇ ਸਾਡੇ ਚਾਹੁਣ ਜਾਂ ਕਹਿਣ ਮਾਤਰ ਨਾਲ ਕੋਈ ਸਾਡੇ ਅਨੁਕੂਲ ਨਹੀਂ ਹੁੰਦਾ ਤਾਂ ਕ੍ਰੋਧ ਆਉਂਦਾ ਹੈ। ਦੂਜੇ, ਜਿਸ ਗੱਲ ਵਿੱਚ ਅਸੀਂ ਪੂਰੇ ਸਿਆਣੇ ਨਹੀਂ ਹੁੰਦੇ ਤੇ ਮਗਰ ਲੱਗਣ ਵਾਲਾ ਭੁੱਲ ਕਰਦਾ ਹੈ ਤਾਂ ਅਸੀਂ ਕ੍ਰੋਧ ਕਰਕੇ ਡਾਂਟਦੇ ਹਾਂ। ਇਉਂ ਚੇਲਿਆਂ ਪਰ ਗੁੱਸੇ ਚੜ੍ਹਦੇ ਹਨ। ਜਾਂ ਇਉਂ ਸਮਝੋ ਕਿ ਸਾਡੇ ਹੰਕਾਰ ਦੇ ਅੱਗੇ ਜਦ ਕੋਈ ਰੋਕ ਪੈਂਦੀ ਹੈ ਤਦ ਸਾਡਾ ਹੰਕਾਰ ਕਿਰਿਆਮਾਨ ਹੁੰਦਾ ਹੈ, ਉਸੇ ਨੂੰ ਕ੍ਰੋਧ ਆਖਦੇ ਹਨ। ਇਸ ਨੂੰ ਵਸ ਕਰਨ ਦੀ ਸਾਡੇ ਮਾਰਗ ਵਿੱਚ ਇਹ ਜੁਗਤੀ ਹੈ ਕਿ ਅਸੀਂ ਮਨ ਦੀ ਮੱਤ ਨੂੰ ਤਿਆਗਣ ਦਾ ਨੇਮ ਕਰਦੇ ਹਾਂ, ਕਿਉਂਕਿ ਮਨ ਹੀ ਹੈ ਨਾ ਹੋਂਦ ਦਾ ਸੰਦ। ਮਨ ਦੀ ਮੱਤ ਹੀ ਹੈ ਨਾ ਅਹੰਕਾਰ ਨੂੰ ਅਟਕਾਉਣ ਪੈਣ ਵਾਲੇ ਜੋਸ਼ ਦੇ ਕੇ ਕਿਰਿਆਮਾਨ ਕਰਨੇ ਵਾਲੀ। ਸੋ ਅਸੀਂ ਗੁਰੂ ਦੀ ਮੱਤ ਪਰ ਟੁਰਨੇ ਦਾ ਨੇਮ ਧਾਰਦੇ ਹਾਂ, ਸਤਿਗੁਰੂ ਦਾ ਉਪਦੇਸ਼ ਚਿਤਾਰਦੇ ਹਾਂ। ਉਹ ਇਹ ਹੈ ਕਿ ਦੂਸਰਿਆਂ ਨਾਲ ਖਿਮਾ ਦੀ ਵਰਤਨ ਧਾਰੋ। ਆਪਣੇ ਵਿੱਚ ਜਾਣਨ ਦੀ ਕਸਰ ਨੂੰ ਆਪਣਾ ਅਵਗੁਣ ਸਮਝ ਕੇ ਦੂਏ ਤੇ ਗੁੱਸਾ ਨਾ ਕਰੋ। ਦੂਏ ਦੀ ਭੁੱਲ ਦੂਏ ਦੀ ਕਮਜ਼ੋਰੀ ਸਮਝ ਕੇ ਚੱਲੋ। ਜੇ ਕੋਈ ਤੁਹਾਡੇ ਅਹੰਕਾਰ ਅੱਗੇ ਰੋਕ ਪਾਉਂਦਾ ਹੈ, ਉਹ ਮੂਰਖ ਹੈ, ਤਾਂ ਉਸ ਨੂੰ ਉੱਚੀ ਅਕਲ ਨਾਲ ਜਿੱਤੋ। ਅਰਥਾਤ ਕ੍ਰੋਧ ਅੱਗੇ ਖਿਮਾ ਧਾਰ ਕੇ ਦਾਨਾਈ ਨਾਲ ਕਾਰਜ ਕਰੋ। ਨਿਤਾਣੇ ਨਾ ਹੋ ਜਾਵੋ ਪਰ ਪਸ਼ੂ ਵੀ ਨਾ ਬਣੋ। ਬੁੱਧੀ ਨੂੰ ਵਰਤੋ। ਸਤਿਗੁਰੂ ਦੀ ਮੱਤ ਇਹ ਹੈ ਕਿ ਖਿਮਾ ਵੱਡਾ ਬ੍ਰਤ ਹੈ। ਕ੍ਰੋਧ ਅਗਨ ਹੈ, ਸਾੜਦਾ ਹੈ। ਅਗਨ ਸੜ ਸਕਣ ਵਾਲੇ ਪਦਾਰਥਾਂ ਨੂੰ ਸਾੜਦੀ ਹੈ। ਜਿੱਥੇ ਖਿਮਾ ਦਾ ਬ੍ਰਤ ਹੈ ਉੱਥੇ ਸੜਨ ਵਾਲਾ ਪਦਾਰਥ ਹੀ ਕੋਈ ਨਹੀਂ।
ਫਿਰ ਨਿੱਤ ਦੀ ਵਰਤੋਂ ਜਗਿਆਸੂ ਨੂੰ ਦੱਸੇਗੀ ਕਿ ਕਈ ਵਾਰ ਨਾਮ ਦਾ ਰਸ ਕ੍ਰੋਧ ਨਾਲ ਢਿੱਲਾ ਪੈ ਜਾਂਦਾ ਹੈ। ਫਿਰ ਵਰਤੋਂ ਹੀ ਦੱਸਦੀ ਹੈ ਕਿ ਸਤਿਗੁਰੂ ਦੀ ਮੱਤ ਤੇ ਟੁਰਿਆ ਰਸ ਕਾਇਮ ਰਹਿੰਦਾ ਹੈ। ਪਰ ਮਨਮਤ ਨਾਲ ਕੀਤੇ ਕ੍ਰੋਧ ਤੋਂ ਰਸ ਟੁੱਟਦਾ ਹੈ। ਸਤਿਗੁਰੂ ਦੀ ਮੱਤ ਖਿਮਾ ਹੈ, ਮਨ ਦੀ ਮੱਤ ਕ੍ਰੋਧ ਹੈ। ਇਹ ਨਾ ਸਮਝੋ ਕਿ ਖਿਮਾ ਨਿਤਾਣਿਆਂ ਦਾ ਕੰਮ ਹੈ। ਨਹੀਂ, ਖਿਮਾ ਵਾਲੇ ਦਾ ਮਨ ਤਕੜਾ ਤੇ ਉੱਚਾ ਹੁੰਦਾ ਹੈ। ਨਾਮ ਅਭਿਆਸ ਨਾਲ ਜੋ ਮਨ ਉਚਿਆਨ ਪ੍ਰਾਪਤ ਕਰਦਾ ਹੈ, ਉਸ ਉਚਿਆਨ ਦੀ ਵਿਸ਼ਾਲ ਦ੍ਰਿਸ਼ਟੀ ਵਿੱਚ ਖਿਮਾ ਵਸਦੀ ਹੈ, ਜੋ ਗੁਰੂ ਦੀ ਦਿੱਤੀ ਬੁੱਧੀ ਨਾਲ ਆਪੇ ਨੂੰ ਕ੍ਰੋਧ ਦੀ ਅੱਗ ਨਾਲ ਸੜਨ ਨਹੀਂ ਦਿੰਦੀ। ਪਰਥਰੀ ਜੋਗੀ ਸਮਾਧੀ ਲਗਾਉਂਦੇ ਹਨ, ਆਪ ਵੀ ਸਮਾਧੀ ਲਗਾਉਂਦੇ ਹੋ। ਗੁਰੂ ਜੀ, ਨਾਮ ਸਿਮਰਨ ਨਾਲ ਚਿੱਤ ਵਿੱਚ ਇੱਕ ਉੱਚਤਾ ਦੀ ਪ੍ਰਤੀਤੀ ਉਪਜਦੀ ਹੈ। ਇਸ ਵੇਲੇ ਜਿਸ ਨੂੰ ਤੁਸੀਂ ਦਸਮ ਦੁਆਰ ਕਹਿੰਦੇ ਹੋ, ਸੁਰਤ ਸੁੱਤੇ ਹੀ ਉੱਥੇ ਹੁੰਦੀ ਹੈ। ਇਸ ਉੱਚ ਪ੍ਰਤੀਤੀ ਨੂੰ ਜੋ ਅਹੰਕਾਰ ਨਹੀਂ ਹੁੰਦੀ, ਉਨਮਨ ਵੀ ਆਖਦੇ ਹਾਂ ਤੇ ਗਗਨ ਨਿਵਾਸ ਵੀ ਕਹਿੰਦੇ ਹਾਂ। ਹਰ ਵੇਲੇ ਸਿਮਰਨ ਦੀ ਰੋਹ ਜਦ ਅੰਦਰ ਉਤਰ ਜਾਂਦੀ ਹੈ, ਜਾਂ ਇਉਂ ਕਹੋ ਕਿ ਨਾਮ ਪ੍ਰਾਣਾਂ ਵਿੱਚ ਵਸ ਜਾਂਦਾ ਹੈ, ਜਾਂ ਇਉਂ ਕਹੋ ਕਿ ਨਾਮ ਸੁਰਤ ਨੂੰ ਦਸਮ ਦੁਆਰ ਲੈ ਜਾਂਦਾ ਹੈ, ਜਾਂ ਇਉਂ ਕਹੋ ਕਿ ਸਾਡੇ ਮਨ ਦੇ ਹੇਠਾਂ ਜੋ ਅਗਿਆਤ ਗਿਆਤ ਹੈ, ਸਾਈਂ ਦਾ ਨਾਮ ਉਸ ਵਿੱਚ ਸੰਚਿਤ ਹੁੰਦਾ ਆਪਣੇ ਰਸ ਦੇ ਸੰਸਕਾਰਾਂ ਨਾਲ ਉਸ ਨੂੰ ਭਰ ਦਿੰਦਾ ਹੈ। ਤਦ ਜੋ ਲਗਾਤਾਰੀ ਰੋਹ ਇਸ ਪ੍ਰਤੀਤੀ ਦੀ ਜਾਰੀ ਹੋ ਜਾਂਦੀ ਹੈ, ਉਹ ਸਾਡੀ ਲਿਵ ਹੈ, ਕਿਉਂਕਿ ਉਹ ਸਹਿਜ ਅਵਸਥਾ ਹੈ, ਰਸ ਅਵਸਥਾ ਹੈ। ਉਸ ਵਿੱਚ ਜ਼ੋਰ, ਆਲਸ, ਤੰਦਰਾ ਨਹੀਂ, ਉਹ ਰਜੋ ਤਮੋ ਨਹੀਂ ਹੈ। ਇਸ ਕਰਕੇ ਸਮਝ ਲਓ ਕਿ ਲਿਵ ਇੱਕ ਲਗਾਤਾਰੀ ਸਮਾਧੀ ਹੈ। ਹੋਰ ਸਮਾਧੀਆਂ ਬੈਠਣ ਕਾਲ ਤੱਕ ਹੁੰਦੀਆਂ ਹਨ, ਜਿਨ੍ਹਾਂ ਵਿੱਚ ਬੈਠਿਆਂ ਮਨ ਲੱਗਦਾ ਹੈ ਤੇ ਉਥਾਨ ਕਾਲ ਵਿੱਚ ਮਨ ਸਮਾਧੀ ਵਿੱਚ ਨਹੀਂ ਰਹਿੰਦਾ। ਇਹ ਗਗਨ ਨਿਵਾਸੀ ਲਗਾਤਾਰੀ ਸਮਾਧੀ ਹੈ। ਅਸੀਂ ਇਸ ਨੂੰ ਸਹਿਜ ਸਮਾਧੀ ਕਹਿੰਦੇ ਹਾਂ। ਇਸ ਸਮਾਧੀ ਵਾਲਾ ਕੰਮਕਾਜ ਨਹੀਂ ਛੱਡ ਬੈਠਦਾ ਤੇ ਨਾ ਹੀ ਜੜ ਅਕ੍ਰੈ ਹੋ ਜਾਂਦਾ ਹੈ। ਪਰਥਰੀ ਫਿਰ ਸਮਾਧੀ ਤੋਂ ਅੱਗੇ ਪਰਮ ਪਦ ਦੱਸੀਦਾ ਹੈ। ਤੁਸਾਡਾ ਉਹ ਕਿਵੇਂ ਹੈ? ਗੁਰੂ ਜੀ, ਤੁਸਾਂ ਦਾ ਪਰਮ ਪਦ ਤਾਂ ਸਿੱਧੀਆਂ ਤੱਕ ਹੈ, ਜਾਂ ਇਸ ਤੋਂ ਅੱਗੇ ਵਧਣ ਵਾਲੇ ਦਾ ਅਸੰਗ ਪ੍ਰਗਿਆਤ ਸਮਾਧੀ ਜਾਂ ਕੇਵਲ ਹੈ, ਅਰਥਾਤ ਆਪੇ ਵਿੱਚ ਜੁੜ ਜਾਂ ਟਿਕ ਜਾਣਾ। ਸਾਡਾ ਪਰਮ ਪਦ ਹੈ ਵਾਹਿਗੁਰੂ ਜੀ ਦੇ ਵਜੂਦ ਨਾਲ ਨਿਰੰਤਰ ਛੋਹ ਵਿੱਚ ਚਲੇ ਜਾਣਾ। ਇਹ ਛੋਹ ਪਰਮਪਦ ਦੀ ਪ੍ਰਾਪਤੀ ਇਉਂ ਸਧਾਉਂਦੀ ਹੈ ਕਿ ਜਿਵੇਂ ਧਾਤ, ਤਰਾਮਾ, ਲੋਹਾ ਯਤਨ ਕਰਕੇ ਪਾਰਸ ਛੂਹ ਪਾ ਲਵੇ ਤਾਂ ਉਹ ਛੂਹ ਉਸ ਨੂੰ ਸੋਨਾ ਕਰ ਦਿੰਦੀ ਹੈ। ਇਸ ਤਰ੍ਹਾਂ ਸਾਡਾ ਜੀਵ ਤੱਤ ਜਦ ਕਿਸੇ ਤਰ੍ਹਾਂ ਪਰਮ ਤੱਤ ਦੀ ਛੂਹ ਵਿੱਚ ਚਲਾ ਜਾਏ ਤਾਂ ਉਹ ਛੂਹ ਐਸੀ ਹੈ ਕਿ ਜੀਵ ਤੱਤ ਨੂੰ ਆਪਣੇ ਵਰਗਾ ਕਰ ਲੈਂਦੀ ਹੈ। ਤਦੋਂ ਸਰੀਰ ਵਿੱਚ ਰਹਿੰਦੀਆਂ ਨਾਮ ਰਸੀਆਂ ਆਪਣੇ ਕਰਮਾਂ ਦਾ ਕਰਤਾ ਆਪ ਨਹੀਂ ਰਹਿੰਦਾ। ਉਸ ਵਿੱਚ ਉਹ ਪਰਮ ਤੱਤਵ ਕਰਤਾ ਹੋ ਕੇ ਕੰਮ ਕਰਦਾ ਹੈ। ਜੋ ਕਰਤਾਰ ਕਰੇ ਫਿਰ ਹੁੰਦਾ ਹੈ। ਜਾਂ ਇਉਂ ਸਮਝੋ ਕਿ ਨਾਮ ਪ੍ਰੇਮੀ ਆਪਣੀ ਮਰਜ਼ੀ ਨੂੰ ਉਹਦੀ ਰਜ਼ਾ ਵਿੱਚ ਸੁਰ ਕਰੀ ਰੱਖਦਾ ਹੈ। ਇਸ ਸੁਰ ਨੂੰ ਬੇਸੁਰਾ ਨਹੀਂ ਹੋਣ ਦਿੰਦਾ। ਫਿਰ ਜੋ ਰਜ਼ਾ ਦੀ ਤਾਰ ਬੋਲਦੀ ਹੈ, ਸੋਈ ਉਹ ਮਰਜ਼ੀ ਦੀ ਤਰਫ ਬੋਲਦੀ ਹੈ। ਹੁਣ ਤੁਸੀਂ ਸ਼ਾਇਦ ਪੁੱਛੋ ਕਿ ਤ੍ਰਿਸ਼ਨਾ ਦੀ ਅਥਵਾ ਮਾਇਆ ਦੀ ਅੱਗ ਕਿਵੇਂ ਬੁਝਦੀ ਹੈ, ਜਿਸ ਦੇ ਬੁੱਝੇ ਬਿਨਾਂ ਕਿ ਜੀਵ ਤੱਤ ਨਿਰਮਲ ਨਹੀਂ ਹੋ ਸਕਦਾ। ਸੋ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਰੂਪ ਹਿਮਾਲੇ ਨਾਲ ਮਿਲਿਆ ਇਹ ਅਗਨੀ ਆਪੇ ਬੁਝ ਜਾਂਦੀ ਹੈ, ਕਿਉਂਕਿ ਗੁਰੂ ਕੀ ਮੱਤ ਮਾਇਆ ਮੋਹ ਨੂੰ ਹੀ ਤਾਂ ਨਿਵਾਰਦੀ ਹੈ। ਇੱਕ ਹੋਰ ਕਾਲਾ ਜੋਗੀ, ਭਰਥਰੀ ਜੀ, ਪੁੱਛੋ ਨੇ ਕਿ ਜਦ ਕੋਈ ਮੁੱਢੋਂ ਇਹਨਾਂ ਦੇ ਮਾਰਗ ਟੁਰੇ ਤਾਂ ਉਸ ਦੀ ਹੋਂ ਕਿਵੇਂ ਮਾਰਦੇ ਹਨ, ਨਿਮਰਤਾ ਕਿਵੇਂ ਸਿਖਲਾਉਂਦੇ ਹਨ। ਅਸੀਂ ਤਾਂ ਜਗਤ ਨੂੰ ਪਿੱਠ ਦਿੰਦੇ ਸਾਰ ਸਿਰ ਸੁਆਹ ਪਾਉਣ ਵਾਲੇ ਪਿੰਡੇ ਤੇ ਵੀ ਮੱਲ ਲੈਂਦੇ ਹਾਂ ਕਿ ਅਸੀਂ ਭੈੜੇ ਨਜ਼ਰ ਆਵੀਏ ਤੇ ਸਾਡਾ ਮਨ ਆਪੇ ਨੂੰ ਨੀਵਾਂ ਤੇ ਕੋਝਾ ਸਮਝ ਕੇ ਨਿਮਰਤਾ ਵਿੱਚ ਰਹੇ। ਗੁਰੂ ਜੀ, ਅਸੀਂ ਸੇਵਾ ਦਾ ਭਾਵ ਸਿੱਖ ਦੀ ਸੁਰਤ ਨੂੰ ਸਿਖਾਲਦੇ ਹਾਂ ਕਿ ਜਦ ਤੂੰ ਪਰਮਾਰਥ ਦਾ ਮੁੱਢ ਕੀਤਾ ਹੈ ਤਾਂ ਸਰੀਰ ਨਾਲ ਗੁਰਮੁਖ ਦੀ ਸੇਵਾ ਕਰ, ਜੀਭ ਨਾਲ ਜਪ, ਮਨ ਨਾਲ ਸਿਮਰ, ਇਹ ਵਾਹਿਗੁਰੂ ਜੀ ਦੀ ਸੇਵਾ ਕਰ। ਦੂਜੇ ਦਾ ਭਲਾ ਕਰ, ਇਹ ਸ੍ਰਿਸ਼ਟੀ ਦੀ ਸੇਵਾ ਹੈ। ਪਰ ਉਂਝ ਸ੍ਰਿਸ਼ਟੀ ਵਿੱਚ ਵਿਆਪਕ ਦੀ ਇਹ ਸੇਵਾ ਹੈ। ਇਹ ਸੇਵਾ ਦਾ ਭਾਵ ਸਾਡੇ ਵਿੱਚ ਵਿਭੂਤ ਦਾ ਕੰਮ ਦਿੰਦਾ ਹੈ, ਹਉ ਦੂਰ ਕਰਦਾ ਹੈ ਤੇ ਇਸ ਭਾਵ ਨਾਲ ਜਗਿਆਸੂ ਸਫਲਦਾ ਹੈ। ਦੂਜੇ ਦੀ ਸੇਵਾ ਨਾਲ ਨਿਮਰਤਾ ਆਉਂਦੀ ਹੈ, ਗੁਰਮੁਖ ਦੀ ਸੇਵਾ ਨਾਲ ਅਸੀਸ ਮਿਲਦੀ ਤੇ ਮਨ ਨੂੰ ਨਾਮ ਰੰਗ ਲੱਗਦਾ ਹੈ। ਵਾਹਿਗੁਰੂ ਦੀ ਸੇਵਾ ਨਾਲ ਕਲਿਆਣ ਹੁੰਦੀ ਹੈ। ਇੱਕ ਨਵਾਂ ਬਾਲਕਾ ਭਰਥਰੀ ਵੱਲ ਤਾਕੇ। ਅਸੀਂ ਸਿੰਘ ਵਜਾ ਕੇ ਨਾਦ ਕਰਦੇ ਹਾਂ, ਉਸ ਨਾਦ ਦੇ ਮਗਰ ਮਨ ਜੁੜਦਾ ਹੈ। ਇਹ ਕਿਵੇਂ ਕਰਦੇ ਹਨ? ਗੁਰੂ ਜੀ, ਸਿੰਘ ਵਜਾਉਣ ਨਾਲ ਮਨ ਜੁੜਦਾ ਹੋ ਸੀ, ਪਰ ਦਿਨ ਤੇ ਰਾਤ, ਸਵੇਰੇ ਤੇ ਸੰਝਾ ਨੂੰ ਘਰ ਘਰ ਵਜਾ ਕੇ ਫਿਰਨਾ ਤਾਂ ਭਿੱਖਿਆ ਮਿਲਣ ਵਿੱਚ ਸਹਾਈ ਹੁੰਦਾ ਹੈ। ਸਾਡੇ ਸਿੱਖ ਕਿਰਤ ਕਰਦੇ ਹਨ ਤੇ ਰਜ਼ਾ ਤੱਕਦੇ ਹਨ। ਭਿੱਖਿਆ ਦੀ ਲੋੜ ਨਹੀਂ ਪੈਂਦੀ ਤੇ ਨਾਦ ਦੇ ਮਗਰ ਮਨ ਜਾਵੇ, ਇਸ ਲਈ ਹਰੀ ਕੀਰਤਨ ਸਾਡਾ ਮੁੱਖ ਸਾਧਨ ਹੈ।
ਅਸੀਂ ਵਾਹਿਗੁਰੂ ਦੇ ਜਸ ਵਾਲੀ ਨਿਰਮਲ ਬਾਣੀ ਦਾ ਰਾਗ ਸੰਗੀਤ ਵਿੱਚ ਕੀਰਤਨ ਕਰਨਾ ਰੂਪੀ ਨਾਦ ਵਜਾਉਂਦੇ ਹਾਂ। ਭਰਤਰੀ ਦਰਸ਼ਨ ਕਿਵੇਂ ਲੈਂਦੇ ਹੋ? ਗੁਰੂ ਜੀ, ਸਹਿਜ ਦੇ ਰੰਗ ਵਿੱਚ ਆ ਜਾਣਾ ਇਹ ਸਾਡਾ ਦਰਸ਼ਨ ਲੈਣਾ ਹੈ। ਭਰਤਰੀ ਤੀਰਥ ਪਰਸਦੇ ਹੋ? ਗੁਰੂ ਜੀ, ਗੁਰੂ ਦੀ ਦਿੱਤੀ ਵਿਚਾਰ ਵਿੱਚ ਮਨ ਵਿੱਚ ਆਏ ਅਗਿਆਨਾਂ ਤੇ ਕੁਮਤੀਆਂ ਨੂੰ ਧੋਂਦੇ ਰਹਿੰਦੇ ਹਾਂ। ਇਹ ਸਾਡਾ ਤੀਰਥ ਇਸ਼ਨਾਨ ਹੈ। ਹੋਰ ਜੋਗੀ ਭਰਤਰੀ ਨੂੰ, ਅਸੀਂ ਸ਼ਿਵ ਆਦਿ ਮੂਰਤੀਆਂ ਪੂਜਦੇ ਹਾਂ, ਇਹਨਾਂ ਦਾ ਪੂਜਣ? ਗੁਰੂ ਜੀ, ਸਾਡੇ ਅੰਦਰ ਵਾਹਿਗੁਰੂ ਦਾ ਸਥਾਨ ਹੈ, ਉੱਥੇ ਉਸ ਦੀ ਪੂਜਾ ਕਰਦੇ ਹਾਂ। ਉਹ ਅੰਦਰ ਬੈਠਾ ਦੇਵ ਜੋਤੀ ਸਰੂਪ ਹੈ, ਪਾਹਣ ਤੇ ਮ੍ਰਿਤਕਾ ਨਹੀਂ। ਸਾਡੀ ਪੂਜਾ ਪਰ ਪ੍ਰਸੰਨ ਹੋ ਕੇ ਉਹ ਜੋਤੀ ਸਰੂਪ ਸਾਡੀ ਜੋਤੀ ਨੂੰ ਆਪਣੇ ਵਿੱਚ ਮਿਲਾਉਣ ਨੂੰ ਸਮਰੱਥ ਹੈ। ਉਸ ਦੇ ਪ੍ਰੇਮ ਵਿੱਚ ਰਸੀ ਹੋਈ ਸਾਡੀ ਬੁੱਧੀ ਬ੍ਰਿਤੀ ਸਾਰੀ ਅੰਤਰੀਵ ਕਲਾ ਰਸ ਰੂਪ ਹੋ ਜਾਂਦੀ ਹੈ। ਇਉਂ ਹਰੀ ਰਸ ਵਿੱਚ ਮਗਨ ਉਸ ਤਖਤ ਨਿਵਾਸੀ ਹਰੀ ਮੂਰਤ ਵਿੱਚ ਨਾਮ ਦਾ ਪ੍ਰੇਮੀ ਮਗਨ ਹੋ ਜਾਂਦਾ ਹੈ। ਉਹ ਇਹ ਪ੍ਰੇਮ ਦੀ ਕਾਰ ਆਪਣੇ ਮਾਲਕ ਦੀ ਰਜ਼ਾ ਸਮਝ ਕੇ ਕਰਦਾ ਹੈ। ਹੋਰ ਉਸ ਸਰਬ ਗਤੀਆਂ ਤੋਂ ਪਰੇ ਮਾਲਕ ਨੂੰ ਮਨ ਬੁੱਧੀ ਕਰਕੇ ਕੌਣ ਲੱਗ ਸਕਦਾ ਹੈ? ਰਜ਼ਾ ਪਰ ਟੁਰ ਕੇ ਹੀ ਉਸ ਦੀ ਅੰਤਰਾਤਮੇ ਮੇਲ ਰੂਪੀ ਲਖਤਾ ਹੁੰਦੀ ਹੈ। ਭਰਤੀ ਗ੍ਰਸਥ ਵਿੱਚ ਰਹਿ ਕੇ ਕੀਕੂ ਨੇ ਕੇਵਲ ਰਹਿ ਸਕੀਦਾ ਹੈ। ਗੁਰੂ ਜੀ, ਜਿਵੇਂ ਕਮਲ ਜਲ ਤੋਂ ਉਪਜਦਾ ਤੇ ਜਲ ਦੇ ਵਿੱਚ ਹੀ ਰਹਿੰਦਾ ਹੈ, ਫਿਰ ਜਲ ਤੋਂ ਦੂਰ ਵੀ ਰਹਿੰਦਾ ਅਰਥਾਤ ਨਿਰਲੇਪ ਵਸਦਾ ਹੈ। ਜਿਵੇਂ ਸੂਰਜ ਦਾ ਪ੍ਰਤੀਬਿੰਬ ਆਪਣੀ ਜੋਤ ਕਰਕੇ ਜਲ ਵਿੱਚ ਭਰਪੂਰ ਹੈ, ਪਰ ਦੇਖੋ ਸੂਰਜ ਆਕਾਸ਼ਾਂ ਵਿੱਚੋਂ ਦੂਰ ਹੈ, ਪਰ ਜਲ ਵਿੱਚ ਤੱਕੋ ਤਾਂ ਆਭਾਸ ਕਰਕੇ ਪੂਰਨ ਦਿਸ ਰਿਹਾ ਹੈ। ਤਿਵੇਂ ਨਾਮ ਪ੍ਰੇਮੀ ਮਾਇਆ ਵਿੱਚ ਰਚਿਆ ਦਿਸਦਾ ਹੈ, ਪਰ ਹੁੰਦਾ ਦੂਰ ਹੈ। ਹੇ ਭਰਤਰੀ ਜੋਗੀ, ਵਾਹਿਗੁਰੂ ਸਾਰੇ ਪਰਿਪੂਰਨ ਹੈ। ਜੋ ਉਸ ਨੂੰ ਭਾਉਂਦਾ ਹੈ ਸੋ ਹੁੰਦਾ ਹੈ। ਮੈਂ ਉਸ ਦੀ ਰਜ਼ਾ ਸਿਰ ਤੇ ਧਰਦਾ ਟੁਰਦਾ ਹਾਂ, ਉਸ ਨੂੰ ਹਾਜ਼ਰਾ ਹਜ਼ੂਰ ਸਮਝ ਕੇ ਉਸ ਦੇ ਗੁਣ ਗਾਉਂਦਾ ਹਾਂ ਤੇ ਨਿਰਮਲ ਨਾਮ ਦੇ ਆਸਰੇ ਤੇ ਫਿਰਦਾ ਹਾਂ। ਭਰਤਰੀ ਨਿਰਮਲ ਨਾਮ ਕੋਈ ਹੋਰ ਸ਼ੈ ਹੈ ਜੋ ਨਾਮ ਤੋਂ ਵੱਖਰੀ ਹੈ? ਗੁਰੂ ਜੀ, ਨਹੀਂ ਭਰਤਰੀ ਜੀ, ਨਿਰੰਕਾਰ ਦਾ ਨਾਮ ਜੋ ਉਸ ਦੀ ਪ੍ਰਾਪਤੀ ਦੀ ਨਿਰੋਲ ਭਾਵਨਾ ਧਾਰ ਕੇ ਜਪੀਦਾ ਹੈ, ਉਹ ਨਿਰਮਲ ਨਾਮ ਹੈ, ਅਰਥਾਤ ਜਿਸ ਦੇ ਜਪਨ ਵਿੱਚ ਪ੍ਰੇਮੀ ਸਿਵਾ ਵਾਹਿਗੁਰੂ ਪ੍ਰਾਪਤੀ ਦੇ ਹੋਰ ਕੋਈ ਵਾਸ਼ਨਾ ਨਹੀਂ ਧਾਰਦਾ। ਭਰਤਰੀ ਜੋਗੀਆਂ ਵਿੱਚੋਂ ਚੰਗਾ ਜੋਗੀ ਸੀ। ਭਰਤਰੀ ਆਸ਼ਰਮ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰ ਚੁੱਕਾ ਤੇ ਉਪਦੇਸ਼ ਸੁਣ ਚੁੱਕਾ ਸੀ। ਉਸ ਦੇ ਆਤਮਾ ਵਿੱਚ ਪਰਿਵਰਤਨ ਵੀ ਹੋ ਚੁੱਕਾ ਸੀ। ਉਹ ਇਸ ਅਸੂਲ ਨੂੰ ਹੁਣ ਸਮਝ ਗਿਆ ਸੀ ਕਿ ਆਪਣੇ ਆਪ ਨੂੰ ਕੇਵਲ ਕਰਨਾ ਕਾਫੀ ਨਹੀਂ, ਆਪੇ ਨੂੰ ਅਰਥਾਤ ਜੀਵ ਤੱਤ ਨੂੰ ਪਰਮ ਤੱਤ ਵਿੱਚ ਪ੍ਰਾਪਤ ਕਰਾਉਣਾ ਅਸਲ ਕੇਵਲ ਹੈ। ਪਰੰਤੂ ਭੇਖ ਦੀ ਲਾਜ ਉਸ ਨੂੰ ਛਾਲ ਨਹੀਂ ਮਾਰਨ ਦਿੰਦੀ ਸੀ। ਇਸੇ ਕਰਕੇ ਉਹ ਗੋਰਖ ਆਦਿ ਦੀ ਮੰਡਲੀ ਵਿੱਚ ਕੈਲਾਸ਼ ਆਇਆ ਹੋਇਆ ਸ਼ਾਮਲ ਸੀ, ਪਰ ਗੁਰੂ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਸਿੱਧਾਂ ਨੂੰ ਸਮਝਾਉਂਦਾ ਸੀ ਕਿ ਇਹ ਅਵਤਾਰ ਹੈ, ਸ਼ਰਨ ਲਓ ਤੇ ਬੈਸਾ ਨਾ ਕਰੋ। ਪਰ ਸਾਥੀਆਂ ਦੀ ਮਜਬੂਰੀ ਇਸ ਨੂੰ ਥੋੜ੍ਹਾ ਬਹੁਤ ਬੁਲਵਾਉਂਦੀ ਸੀ। ਭਰਤਰੀ ਨੇ ਈਸ਼ਰ, ਗੋਰਖ, ਗੋਪੀ ਚੰਦ ਆਦਿਕਾਂ ਵਾਂਗੂ ਹੀ ਇਹ ਪ੍ਰਸ਼ਨ ਕੀਤਾ ਹੈ, ਜਿਸ ਦਾ ਉੱਤਰ ਉਵੇਂ ਹੀ ਗੁਰੂ ਜੀ ਨੇ ਦਿੱਤਾ ਹੈ। ਭਰਤਰੀ ਨੂੰ ਜੋ ਉੱਤਰ ਗੁਰੂ ਜੀ ਨੇ ਦਿੱਤਾ ਹੈ, ਵੈਰਾਗ ਦੇ ਆਦਰਸ਼ ਦਾ ਸੂਚਕ ਹੈ। ਭਰਤਰੀ ਨੇ ਵੈਰਾਗ ਦੇ ਲੱਛਣ ਆਪਣੇ ਆਸ਼ੇ ਮੁਜਬ ਕੀਤੇ ਹੋਣੇ ਹਨ ਕਿ ਜੋ ਤਿੰਨ ਲੋਕ ਦੇ ਪਦਾਰਥਾਂ ਤੋਂ ਉਦਾਸ ਹੋ ਜਾਵੇ ਔਰ ਤ੍ਰਿਸ਼ਨਾ ਨਾਲ ਨਿਹੋ ਨਾ ਰੱਖੇ ਮੁੱਲੋਂ। ਉਹ ਜਦ ਯੋਗ ਸਾਧਨ ਕਰੇ ਤਾਂ ਤਰੇ। ਕੁਝ ਕਠਾਕ ਇਹ ਵੀ ਜਾਪਦਾ ਹੈ ਕਿ ਜੋਗੀ ਹੋ ਕੇ ਵੈਰਾਗ ਪੁੱਛਦਾ ਹੈ, ਉਸ ਦੇ ਆਪਣੇ ਅੰਦਰ ਤਾਂ ਹੁਣ ਭੇਖ ਤੋਂ ਹੀ ਵੈਰਾਗ ਹੋ ਰਿਹਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿਣ ਦੀ ਖਿੱਚ ਪੈ ਰਹੀ ਹੈ। ਉਧਰ ਭੇਖ ਦੀ ਲਾਜ ਨੂੰ ਮਾਇਆ ਸਮਝ ਰਿਹਾ ਹੈ, ਪਕੜ ਜਾਣ ਰਿਹਾ ਹੈ। ਇੱਧਰ ਗੁਰੂ ਜੀ ਦੀ ਖਿੱਚ ਉਸ ਨੂੰ ਵੈਰਾਗ ਦੇ ਉਲਟ ਦਿਸ ਰਹੀ ਹੈ। ਇਸ ਕਰਕੇ ਵੈਰਾਗੀ ਦੇ ਲੱਛਣ ਪੁੱਛਦਾ ਹੈ। ਗੁਰੂ ਜੀ ਦਾ ਉੱਤਰ ਆਪਣੇ ਉਸੇ ਅਸੂਲ ਨੂੰ ਪ੍ਰਤਿਪਾਦਨ ਕਰਨੇ ਵਾਲਾ ਹੈ ਜੋ ਉਹਨਾਂ ਨੇ ਭਰਤਰੀ ਆਸ਼ਰਮ ਵਿੱਚ ਉਸ ਨੂੰ ਦੱਸਿਆ ਸੀ। ਪਰਮ ਤੰਤ ਮੈਂ ਜੋਗੰ, ਉਹ ਅਸੂਲ ਵੈਰਾਗੀ ਦੇ ਲੱਛਣਾਂ ਵਿੱਚ ਗੁਰੂ ਜੀ ਨੇ ਉਸ ਨੂੰ ਦੁਹਰਾਇਆ ਹੈ ਕਿ ਬੋਲਦੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ, ਹੇ ਭਰਤਰੀ, ਉਹ ਸਤ ਸਰੂਪ ਪਰਮ ਤੱਤ ਹੈ, ਉਸ ਦਾ ਨਾਂ ਰੂਪ ਹੈ ਨਾ ਰੇਖ। ਬ੍ਰਹਮ ਵਿੱਚ ਜੋ ਆਪਣੇ ਮਨ ਨੂੰ ਉਲਟਾ ਕੇ ਲਗਾਵੇ ਤੇ ਦਿਨ ਰਾਤ ਅੰਦਰ ਇਸੇ ਧਿਆਨ ਵਿੱਚ ਰਹੇ ਤੇ ਹਿਰਦੇ ਮੰਡਲ ਵਿੱਚ ਮਾਨੋ ਇਸ ਭਾਵ ਨੂੰ ਥੰਮ ਲਗਾ ਦਿੱਤੇ ਹਨ ਕਿ ਕਦੇ ਡੋਲਦਾ ਨਹੀਂ, ਉਹ ਬੈਰਾਗੀ ਹੈ। ਔਰ ਉਹ ਬੈਰਾਗੀ ਉਸ ਸਤ ਸਰੂਪ ਪਰਮਾਤਮਾ ਦੇ ਤੁਲ ਹੀ ਅਮਰ ਅਜਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਹੋਰ ਤੁਕ ਹੈ ਜਿਸ ਵਿੱਚ ਭਰਤਰੀ ਦਾ ਨਾਮ ਆਉਂਦਾ ਹੈ। ਉਹ ਤੁਕ ਸਵਈਏ ਮਹੱਲੇ ਪਹਿਲੇ ਕਿਆਂ ਵਿੱਚ ਹੈ ਤੇ ਇਸ ਪ੍ਰਕਾਰ ਹੈ, ਭਰਤਰੀ ਗੁਣ ਉਚਰੇ ਸਦਾ ਗੁਰ ਸੰਗ ਰਹੰਤੋ। ਇਸ ਤੋਂ ਇਹ ਜਾਪ ਰਿਹਾ ਹੈ ਕਿ ਭਰਤਰੀ ਜੋਗੀ ਅੰਤ ਵਿੱਚ ਆਪਣੀ ਸੰਪਰਦਾ ਛੋੜ ਕੇ ਗੁਰੂ ਜੀ ਪਾਸ ਆ ਰਿਹਾ ਔਰ ਆਪਣੇ ਅੰਤ ਸਮੇਂ ਤੱਕ ਸਦਾ ਗੁਰੂ ਜੀ ਦੇ ਅੰਗ ਸੰਗ ਰਿਹਾ।
ਕੈਲਾਸ਼ ਤੋਂ ਵਿਦਾ ਹੋਣ ਵੇਲੇ ਗੁਰੂ ਜੀ ਇਸ ਨੂੰ ਨਾਲ ਨਹੀਂ ਲਿਆਏ, ਪਰੰਤੂ ਅਚਲ ਬਟਾਲੇ ਜੋ ਸਿੱਧਾਂ ਨਾਲ ਚਰਚਾ ਹੋਈ ਤੇ ਜਿਸ ਵਿੱਚ ਸਤਿਗੁਰਾਂ ਦੀ ਵਿਜੇ ਐਸੀ ਹੋਈ ਕਿ ਪੰਜਾਬ ਵਿੱਚੋਂ ਕੰਨ ਪਾਟੇ ਜੋਗੀਆਂ ਦਾ ਬਲ ਮੁੱਲੋਂ ਟੁੱਟ ਗਿਆ। ਉਹ ਚਰਚਾ ਦੇ ਬਾਅਦ ਭਰਥਰੀ ਜੋਗੀ ਫਿਰ ਸਤਿਗੁਰਾਂ ਦੇ ਨਾਲ ਕਰਤਾਰਪੁਰ ਹੀ ਆ ਰਿਹਾ। ਇਸ ਚਰਚਾ ਦਾ ਸਾਰ ਸਤਿਗੁਰਾਂ ਨੇ ਸਿੱਧ ਗੋਸ਼ਟ ਬਾਣੀ ਵਿੱਚ ਆਪ ਸਾਰਾ ਦਿੱਤਾ ਹੈ। ਉਸ ਦੇ ਅਖੀਰ ਵਿੱਚ ਅਨੇਕਾਂ ਸਿੱਧਾਂ ਤੇ ਸਾਧਕਾਂ ਤੇ ਇਹਨਾਂ ਵਿੱਚੋਂ ਗੁਰੂ ਤੇ ਚੇਲੇ ਦੋਹਾਂ ਪਦਵੀਆਂ ਦੇ ਬੋਤਿਆਂ ਦਾ ਗੁਰੂ ਕੀ ਸ਼ਰਨ ਆਉਣਾ ਆਪ ਲਿਖਿਆ ਹੈ। ਯਥਾ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫੁਰਮਾਣੇ, ਮੰਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੀ। ਅਰਥਾਤ ਗੋਸ਼ਟ ਦੇ ਅੰਤ ਵਿੱਚ ਬਹੁਤ ਸਾਧਨਾ ਕਰਨ ਵਾਲੇ ਤੇ ਸਿੱਧ ਕਈ ਗੁਰੂ ਚੇਲੇ ਕਹਿਲਾਉਣ ਵਾਲੇ, ਹੇ ਵਾਹਿਗੁਰੂ ਤੇਰੇ ਹੁਕਮ ਦੀ ਖੋਜ ਕਰਦੇ ਆਉਣ ਲੱਗੇ ਨਾਮ ਮੰਗਦੇ ਹਨ। ਖੈਰ ਪਾ ਤੇਰੇ ਧਰਮ ਮਾਰਗ ਤੋਂ ਅਸੀਂ ਕੁਰਬਾਨ ਹਾਂ। ਇਹ ਗੁਰੂ ਜੀ ਨੇ ਆਪਣੇ ਨਿਰਹੰਕਾਰਤਾ ਦੇ ਨਿਰਾਲੇ ਢੰਗ ਨਾਲ ਜੋ ਉਹਨਾਂ ਨੇ ਸਾਰੀ ਗੁਰਬਾਣੀ ਵਿੱਚ ਵਰਤਿਆ ਹੈ, ਸਿੱਧ ਗੋਸ਼ਟ ਦੇ ਅਖੀਰ ਵਿੱਚ ਆਪਣੇ ਵਿਜੇ ਦਾ ਤੇ ਸਿੱਧਾਂ ਦੀ ਹਾਰ ਦਾ ਤੇ ਉਹਨਾਂ ਵਿੱਚੋਂ ਬਹੁਤਿਆਂ ਦੇ ਸ਼ਰਨਾਗਤ ਹੋਣ ਦਾ ਹਾਲ ਦੱਸਿਆ ਹੈ। ਸਵਈਆਂ ਦੀ ਤੁਕ ਤੋਂ ਜਾਪਦਾ ਹੈ ਕਿ ਭਰਥਰੀ ਵੀ ਸ਼ਰਨ ਆਇਆ ਤੇ ਫਿਰ ਸਦਾ ਕਰਤਾਰਪੁਰੇ ਵਿੱਚ ਸਤਿਗੁਰਾਂ ਦੇ ਨਾਲ ਰਿਹਾ ਤੇ ਭਵ ਸਾਗਰ ਤੋਂ ਨਾਮ ਦੇ ਸਿਮਰਨ ਨਾਲ ਉੱਚਾ ਹੋ ਕੇ ਵਾਹਿਗੁਰੂ ਜੀ ਨਾਲ ਪਰਮ ਤੱਤ ਜਾਂ ਬ੍ਰਹਮ ਤੱਤ ਨਾਲ ਅਵਿਛੁੜ ਮੇਲ ਨੂੰ ਪ੍ਰਾਪਤ ਹੋਇਆ। ਸੂਚਨਾ ਸਾਰੇ ਲੇਖਕਾਂ ਨੇ ਭਾਈ ਗੁਰਦਾਸ ਤੋਂ ਲੈ ਕੇ ਪੁਰਾਤਨ ਜਨਮ ਸਾਖੀ, ਹੋਰ ਸਾਖੀਆਂ ਤੇ ਸ੍ਰੀ ਗੁਰਪ੍ਰਤਾਪ ਸਭ ਨੇ ਇਸ ਇਲਾਕੇ ਦਾ ਨਾਮ ਸੁਮੇਰ ਲਿਖਿਆ ਹੈ। ਸੁਮੇਰੂ ਦਾ ਠੀਕ ਟਿਕਾਣਾ ਖੋਜ ਕਰਨ ਤੇ ਇਉਂ ਸਹੀ ਹੁੰਦਾ ਹੈ। ਸੁਮੇਰ ਹਿੰਦੂ ਪੁਰਾਣਕ ਅਖਾਇਕਾਂ ਦਾ ਇੱਕ ਪਰਬਤ ਹੈ ਜੋ ਜੰਬੂ ਦੀਪ ਦਾ ਕੇਂਦਰ ਮੰਨਿਆ ਹੈ। ਗ੍ਰਹਿ ਇਸ ਦੇ ਦੁਆਲੇ ਘੁੰਮਦੇ ਮੰਨੇ ਹਨ। ਉਚਾਈ ਇਸ ਦੀ 84,000 ਯੋਜਨ ਹੈ, ਜਿਸ ਵਿੱਚੋਂ 16,000 ਯੋਜਨ ਜ਼ਮੀਨ ਦੇ ਅੰਦਰ ਹੈ। ਇਸ ਦੀ ਸ਼ਕਲ ਮੁਰੱਬਾ, ਅੰਡਾਕਾਰ ਤੇ ਗਾਜਰ ਵਰਗੀ ਮੰਨੀ ਹੈ। ਇਸ ਦੇ 4 ਮੂੰਹ ਹਨ, ਪੂਰਬ ਦਾ ਚਿੱਟਾ, ਦੱਖਣ ਦਾ ਪੀਲਾ, ਉੱਤਰ ਦਾ ਲਾਲ, ਪੱਛਮ ਦਾ ਕਾਲਾ। ਆਕਾਸ਼ੋਂ ਇੱਕ ਗੰਗਾ ਇਸ ਪਰ ਉਤਰਦੀ ਹੈ ਜੋ 4 ਧਾਰਾ ਹੋ ਕੇ 4 ਪਾਸੇ ਜਗਤ ਵਿੱਚ ਵਗਦੀ ਹੈ। 4 ਦਿਸ਼ਾ ਦੇ ਦਿਸ਼ਾਪਾਲ 4 ਪਾਸਿਆਂ ਤੇ ਰਹਿੰਦੇ ਹਨ। ਪਰਬਤ ਇਹ ਸੋਨੇ ਤੇ ਰਤਨਾਂ ਦਾ ਹੈ। ਚੋਟੀ ਤੇ ਬ੍ਰਹਮਾ ਰਹਿੰਦਾ ਹੈ, ਜਿੱਥੇ ਪ੍ਰਿਥਵੀ ਦੇ ਤਪਸਵੀ ਲੋਕ ਤੇ ਆਕਾਸ਼ਾਂ ਦੇ ਗੰਧਰਵ ਤੇ ਸੁਰਗਾਂ ਦੇ ਦੇਵਤੇ ਆ ਇਕੱਠੇ ਹੁੰਦੇ ਹਨ। ਜੇ ਹਿੰਦੂਆਂ ਵੀ ਨਵੀਨ ਖੋਜ ਨੂੰ ਕਿ ਆਰਿਆ ਵੱਢ ਕੇ ਪਹਿਲਾਂ ਉੱਤਰੀ ਧਰੂਵ ਨੂੰ ਸੁਮੇਰ ਕਹਿੰਦੇ ਸਨ ਠੀਕ ਮੰਨ ਲਈਏ ਤਾਂ ਜਾਪਦਾ ਹੈ ਕਿ ਸ਼ਾਇਦ ਉੱਤਰੀ ਧਰੂਵ ਨੂੰ ਸੁਮੇਰ ਕਹਿੰਦੇ ਹੋਣ, ਕਿਉਂਕਿ ਭੂਗੋਲ ਵਿਦਿਆ ਵਾਲੇ ਉੱਤਰੀ ਧਰੂਵ ਨੂੰ ਸੁਮੇਰ ਤੇ ਦੱਖਣੀ ਨੂੰ ਕੁਮੇਰੂ ਹੋਣ ਤੱਕ ਕਹਿੰਦੇ ਹਨ। ਉੱਤਰੀ ਧਰਵ ਤੇ ਅਪੜਨਾ ਲਗਭਗ ਅਸੰਭਵ ਹੁੰਦਾ ਸੀ। ਉਸ ਬਾਬਤ ਪੁਰਾਣਕਾਂ ਨੇ ਰਚਨਾ ਸੋਹਣੀ ਰਚ ਲਈ ਜਾਪਦੀ ਹੈ। ਮਰਕਜ਼ ਇੱਕ ਤਰ੍ਹਾਂ ਉਹ ਹੈ ਕਿ ਜੰਬੂ ਦਵੀਪ ਤੋਂ ਮੁਰਾਦ ਕੀ ਜਾਣੀਏ। ਉੱਤਰੀ ਸੀਤ ਕਟੰਬਨ ਤੋਂ ਹੋਵੇ, ਜਿੱਥੋਂ ਦੇ ਉਹ ਪਹਿਲਾਂ ਵਸਨੀਕ ਸਨ। ਜਦ ਇਹ ਲੋਕ ਉਹਨਾਂ ਬਰਫਾਨੀ ਧਰਤੀਆਂ ਤੋਂ ਹੇਠਾਂ ਨੂੰ ਆਏ ਤਦ ਕੀ ਜਾਣੀਏ ਯੂਰਾਲ ਪਹਾੜ ਨੂੰ ਸੁਮੇਰੂ ਕਹਿਣ ਲੱਗ ਪਏ ਹੋਣ। ਸੋਨਾ ਉਸ ਵਿੱਚੋਂ ਵੀ ਨਿਕਲਦਾ ਹੈ। ਜਦੋਂ ਇਹ ਵੱਢ ਕੇ ਹਿੰਦ ਵਿੱਚ ਆ ਰਹੇ ਤੇ ਵੱਧਦੇ ਫੈਲੇ ਤਦੋਂ ਜਾਪਦਾ ਹੈ ਕਿ ਹਿਮਾਲੇ ਦੀ ਕੈਲਾਸ਼, ਗੁਰਲਾ, ਮਾਨ ਧਾਤਾ ਤੇ ਇਹਨਾਂ ਪਰਬਤਾਂ ਦੇ ਲਾਗ ਦੀ ਉੱਚ ਧਰਤੀ ਸੁਮੇਰੂ ਬਣ ਗਈ। ਸੋਨਾ ਇਸ ਧਰਤੀ ਦੇ ਲਾਗੋਂ ਵੀ ਨਿਕਲਦਾ ਹੈ। ਸਤਲੁਜ, ਸਿੰਧ, ਬ੍ਰਹਮਪੁੱਤਰਾ ਆਦਿ ਦਰਿਆ ਦੂਰ ਨੇੜੇ ਇਸ ਇਲਾਕੇ ਵਿੱਚੋਂ ਨਿਕਲਦੇ ਹਨ। ਜਿਸ ਇਲਾਕੇ ਦਾ ਨਾਮ ਜਨਮ ਸਾਖੀਆਂ ਵਿੱਚ ਸੁਮੇਰੂ ਕਰਕੇ ਆਇਆ ਹੈ, ਉਹ ਨਿਰਸੰਦੇਹ ਇਸੇ ਇਲਾਕੇ ਤੋਂ ਮੁਰਾਦ ਹੈ ਜੋ ਕੈਲਾਸ਼ ਦੇ ਪਾਸ ਹੈ। ਮਾਨ ਸਰੋਵਰ ਦੀ ਝੀਲ ਵੀ ਇੱਥੇ ਹੀ ਹੈ। ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਤਾਪ ਅਧਿਆਏ 60 ਅੰਕ 13 ਵਿੱਚ ਪਤਾ ਦਿੰਦੇ ਹਨ ਕਿ ਹਿਮਾਲੇ ਦਾ ਇਹ ਘਰ ਹੈ, ਬਰਫ਼ ਪੇਕੇ ਜੰਮ ਰਹੀ ਹੈ। ਫਿਰ ਭਾਈ ਬਾਲੇ ਵਾਲੀ ਸਾਖੀ ਵਿੱਚ ਸਫਾ 273 ਤੇ ਕੈਲਾਸ਼ ਦਾ ਨਾਮ ਵੀ ਦਿੱਤਾ ਹੈ ਕਿ ਸੁਮੇਰ ਤੋਂ ਉੱਤੇ ਜਾ ਕੇ ਕੈਲਾਸ਼ ਪਰਬਤ ਆਇਆ ਹੈ। ਹਿਮਾਲੇ ਤੋਂ ਲੰਘਣਾ, ਕੈਲਾਸ਼ ਦਾ ਪਤਾ ਦੇਣਾ ਤੇ ਫਿਰ ਜ਼ਿਕਰ ਤਾਲ ਦਾ ਆਉਣਾ ਕਿ ਗੋਰਖ ਨੇ ਗੁਰੂ ਜੀ ਨੂੰ ਤਾਲ ਤੋਂ ਪਾਣੀ ਭਰ ਕੇ ਲਿਆਉਣ ਲਈ ਕਿਹਾ, ਦੱਸਦਾ ਹੈ ਕਿ ਇਹ ਤਾਲ ਮਾਨ ਸਰੋਵਰ ਹੀ ਹੈ ਅਤੇ ਇਹੋ ਧਰਤੀ ਸੁਮੇਰ ਗਈ ਹੈ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।